ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਉ ਦੁਆਰ। ਗਹਿ ਚਰਨ ਸਾਧੂ ਸੰਗ, ਮਨ ਮਿਸ਼ਟ ਹਰ ਹਰ ਰੰਗ। ਕਰ ਦਇਆ ਲੇਹੋ ਲੜ ਲਾਏ, ਨਾਨਕਾ ਨਾਮ ਧਿਆਏ। ਪ੍ਰਭ ਜਨਮ ਮਰਨ ਨਿਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੀ ਮਾਲਕ, ਜੁਗੋ ਜੁਗੇ ਅਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਨ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪ੍ਰਭ ਜਨਮ ਮਰਨ ਨਿਵਾਰ। ਹੇ ਪ੍ਰਭੂ ਜੀ, ਮੇਰਾ ਜੰਮਣ ਮਰਨ ਦਾ ਡਰ ਨਿਵਰਤ ਕਰ ਦੇਵੋ ਜੀ। ਹਾਰ ਪਰਿਉ ਦੁਆਰ। ਮੈਂ ਸਭ ਪਾਸਿਆਂ ਤੋਂ ਹਾਰ ਕੇ ਤੁਹਾਡੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਸ਼ਰਨ ਵਿੱਚ ਪੈ ਗਿਆ ਹਾਂ ਜੀ। ਗਹਿ ਚਰਨ ਸਾਧੂ ਸੰਗ। हे ਪ੍ਰਮਾਤਮਾ, ਸ੍ਰੇਸ਼ਟ ਮਹਾਤਮਾ ਜਨਾਂ ਦਾ ਸੰਗ ਸਾਨੂੰ ਬਖਸ਼। ਭਾਵ ਉਹਨਾਂ ਦੀ ਸੰਗਤ ਕਰਕੇ ਮੈਂ ਤੁਹਾਡੇ ਚਰਨ ਪਕੜਾ ਕਰਾਂ, ਕਿਉਂਕਿ ਸੰਗਤ ਦੀ ਸਿਫਾਰਿਸ਼ ਜਲਦੀ ਸੁਣੀ ਜਾਂਦੀ ਹੈ। ਮੰਗਾਂ ਤਾਂ ਦੁਨਿਆਵੀ ਬਥੇਰੀਆਂ ਨੇ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ। ਹਰੀ ਦਾ ਜਸ ਸੰਗਤ ਦੀ ਸੇਵਾ ਹੀ ਗੁਰੂ ਜੀ ਤੋਂ ਮੰਗਣੀ ਚਾਹੀਦੀ ਹੈ, ਜਿਸ ਦੇ ਨਾਲ ਜਨਮ ਮਰਨ ਦੀ ਨਿਵਰਤੀ ਹੋਵੇ। ਇਹ ਸਭ ਤੋਂ ਵੱਡਾ ਦੁੱਖ ਹੈ ਜੰਮਣ ਤੇ ਮਰਨ ਦਾ। ਇੱਕ ਦੁੱਖ ਰਾਮ ਰਾਈ ਕਾਟੋ ਹੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਇੱਕ ਅੱਗ ਵਿੱਚ ਸੜ ਕੇ ਮਰਨਾ, ਇੱਕ ਮਾਤਾ ਦੀ ਗਰਭ ਦੇ ਵਿੱਚ ਪੁੱਠੇ ਲੜਕਦੇ ਰਹਿਣਾ। ਇਹ ਕਬੀਰ ਜੀ ਕਹਿੰਦੇ ਮੇਰਾ ਜਨਮ ਮਰਨ ਦਾ ਬਹੁਤ ਵੱਡਾ ਦੁੱਖ ਨਿਵਰਤ ਕਰ ਦਿਓ। ਇਹ ਮਹਾਰਾਜ ਬਹੁਤ ਜ਼ਿਆਦਾ ਭਿਆ ਹੈ। ਮੈਂ ਸਭ ਪਾਸਿਆਂ ਤੋਂ ਹਾਰ ਕੇ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਪੈ ਗਈਆਂ, ਕਿਉਂਕਿ ਕਿਤੇ ਇਹ ਹੈ ਹੀ ਨਹੀਂ ਕਿ ਕੋਈ ਮੁਕਤ ਕਰ ਦੇਵੇ। ਇਤਿਹਾਸ ਧਾਰਮਿਕ ਗ੍ਰੰਥ ਪੜ੍ਹ ਕੇ ਵੇਖੋ, ਕੋਈ ਦੇਵੀ ਦੇਵਤਾ ਖੁਦ ਆਪ ਵੀ ਮੁਕਤ ਨਹੀਂ ਹੈ, ਉਹ ਆਪ ਦੇ ਪੂਜਾ ਕਰਨ ਵਾਲਿਆਂ ਨੂੰ ਕਿਵੇਂ ਮੁਕਤ ਕਰ ਸਕਦਾ ਹੈ। ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੇ ਡਉਰੂ ਢਮਕਾਵੈ।
ਮਹਾਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਏ ਅਵਤਰੈ। ਤੂੰ ਕਹੀਅਤ ਹੀ ਆਦ ਭੁਆਨੀ, ਮੁਕਤ ਕੀ ਬਰੀਆ ਕਹਾ ਛਪਾਨੀ। ਤੇ ਗੁਰਮਤਿ RAM ਨਾਮ ਕਹੋ ਮੀਤਾ, ਪ੍ਰਣਵੈ ਨਾਨਕ ਪ੍ਰਣਵੈ ਨਾਮ ਦਿਓ, ਇਉਂ ਕਹੈ ਗੀਤਾ। ਇਹ ਜਿਹੜਾ ਗੀਤ ਹੈ ਰੱਬ ਦੇ ਘਰ ਦਾ, ਇਉਂ ਨਾਮਦੇਵ ਜੀ ਕਹਿੰਦੇ ਮੈਂ ਕਿਹਾ ਹੈ। ਮੁਕਤੀ ਦੀ ਪ੍ਰਾਪਤੀ ਵਾਸਤੇ ਜਿੱਥੇ ਮਰਜ਼ੀ ਤੁਸੀਂ ਯਤਨ ਕਰ ਲਵੋ, ਜਿੱਥੇ ਮਰਜ਼ੀ ਚਲੇ ਜਾਓ, ਤੁਹਾਡੇ ਪੱਲੇ ਭਟਕਣਾ ਤੋਂ ਸਿਵਾਏ ਕੁਛ ਨਹੀਂ ਪਏਗਾ। ਜੇ ਕੋਈ ਕਹੇ ਕਿ ਮੈਂ ਸ਼ਿਵ ਜੀ ਦੀ ਪੂਜਾ ਕਰਨੀ ਹੈ, ਉਹ ਮੈਨੂੰ ਮੁਕਤ ਕਰ ਦੇਵੇਗਾ, ਤਾਂ ਸ਼ਿਵ ਜੀ ਮਹਾਰਾਜ ਬਾਰੇ ਲਿਖਿਆ ਹੈ, ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੇ ਡਉਰੂ ਧਮਕਾਵੈ। ਇਹ ਨਿਯਮ ਹੈ ਕਿ ਜਿਸ ਦੀ ਪੂਜਾ ਕਰੀਏ, ਜਿਸ ਦਾ ਧਿਆਨ ਧਰੀਏ, ਉਹਦੇ ਵਰਗਾ ਰੂਪ ਮਿਲ ਜਾਂਦਾ ਹੈ। ਜੇ ਤਾਂ ਪੂਜਾ ਪੂਰੀ ਹੋ ਗਈ ਤਾਂ ਉਹਦੇ ਵਰਗਾ ਸਰੂਪ ਮਿਲ ਜਾਏਗਾ। ਸਿਰ 'ਤੇ ਜੜਾਵਾਂ ਹੋਣਗੀਆਂ, ਥੱਲੇ ਬਲਦ ਦੀ ਅਸਵਾਰੀ ਹੋਵੇਗੀ, ਹੱਥ ਵਿੱਚ ਡਮਰੂ ਹੋਏਗਾ, ਰਹਿਣਾ ਮੜੀਆਂ ਵਿੱਚ ਪਵੇਗਾ। ਡਮਰੂ ਵਜਾਈ ਜਾਓ ਤੇ ਅਕਤ ਧੂਰਾ ਘੋਟ ਘੋਟ ਨਸ਼ਾ ਪੀਵੀ ਜਾਓ। ਉਹ ਤਾਂ ਪ੍ਰਭੂ ਦੇ ਗੁਣ ਗਾਉਂਦਾ, ਤੇ ਸਾਨੂੰ ਪਤਾ ਨਹੀਂ ਰੱਬ ਦਾ ਨਾਮ ਚੇਤੇ ਆਉਣਾ ਕਿ ਨਹੀਂ ਆਉਣਾ, ਪਰ ਰੂਪ ਉਸ ਤਰ੍ਹਾਂ ਦਾ ਜ਼ਰੂਰ ਮਿਲ ਜਾਊਗਾ। ਜੇ ਕੋਈ ਕਹੇ ਕਿ ਐਸਾ ਭਿਆਨਕ ਰੂਪ ਮੈਨੂੰ ਕਿਵੇਂ ਮਿਲ ਗਿਆ, ਮਿਲੇਗਾ, ਮੈਂ ਤਾਂ ਮਹਾਮਾਈ ਦੀ ਪੂਜਾ ਕਰਦਾ, ਜਿਹਨੂੰ ਮਾਤਾ ਰਾਣੀ ਕਹਿੰਦੇ ਨੇ। ਮਹਾਰਾਜ ਕਹਿੰਦੇ ਨਾਮਦੇਵ ਜੀ ਮਹਾਮਾਈ ਕੀ ਪੂਜਾ ਕਰੈ, ਨਰ ਸੇ ਨਰ ਹੋਏ ਅਵਤਰੈ। ਜੇ ਕੋਈ ਮਹਾਮਾਈ ਮਾਤਾ ਰਾਣੀ ਦੀ ਪੂਜਾ ਕਰੇਗਾ ਤਾਂ ਜੇ ਪੂਜਾ ਪੂਰੀ ਹੋ ਗਈ ਤਾਂ ਇਨਸਾਨ ਤੋਂ ਇਸਤਰੀ ਦਾ ਜਾਮਾ ਮਿਲੇਗਾ, ਬੰਦੇ ਤੋਂ ਜਨਾਨੀ। ਕਈਆਂ ਨੂੰ ਰੱਬ ਨੇ ਬੰਦੇ ਬਣਾਇਆ, ਚੰਗੇ ਭਲੇ ਉਹ ਚੁੰਨੀਆਂ ਬੰਨ੍ਹ ਕੇ ਜਨਾਨੀਆਂ ਬਣੀਆਂ ਫਿਰਦੀਆਂ ਹਨ। ਮਾਫ ਕਰਨਾ, ਇਸਤਰੀ ਜਾਤ ਦੀ ਇਹ ਨਿੰਦਿਆ ਨਾ ਸਮਝਣੀ, ਪਰ ਰੱਬ ਨੇ ਮਨੁੱਖ ਪੈਦਾ ਕੀਤਾ ਹੈ ਤੇ ਲਾਲ ਚੁੰਨੀ ਸਿਰ 'ਤੇ ਬੰਨ੍ਹਣ ਦਾ ਮਤਲਬ ਹੀ ਕੋਈ ਨਹੀਂ। ਚੁੰਨੀ ਤਾਂ ਬੀਬੀਆਂ ਲੈਂਦੀਆਂ ਹਨ, ਬੰਦੇ ਦੇ ਸਿਰ ਉੱਪਰ ਤਾਂ ਦਸਤਾਰ ਹੁੰਦੀ ਹੈ। ਤੇ ਜਿਹੜੇ ਦੇਵੀ ਦੇਵਤੇ ਜਾਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਉਹਨਾਂ ਦੇ ਸਿਰ 'ਤੇ ਤਾਜ ਹੈ। ਸਿਰ ਉੱਪਰ ਤਾਜ ਹੋਣਾ ਚਾਹੀਦਾ, ਨਾ ਕਿ ਚੁੰਨੀ। ਮਰਦ ਦੀ ਨਿਸ਼ਾਨੀ ਤਾਂ ਦਸਤਾਰ ਤੇ ਤਾਜ ਹੈ। ਤੋ ਇਹ ਕਾਹਦੀ ਭਗਤੀ ਹੋਈ? ਸੋ ਇਸ ਵਾਸਤੇ ਮੁਕਤੀ ਤਾਂ ਇੱਕ ਪਾਸੇ ਰਹੀ, ਜਿਹੜਾ ਮਨੁੱਖੀ ਜਾਮਾ ਉਹ ਵੀ ਇਸਤਰੀ ਦਾ ਜਾਮਾ ਚੇਂਜ ਹੋ ਜਾਏਗਾ। ਇਹ ਨਿਯਮ ਹੈ ਕਿ ਜੇ ਪੂਜਾ ਪੂਰੀ ਹੋ ਜਾਏ ਤਾਂ ਉਹਦੇ ਵਰਗਾ ਰੂਪ ਮਿਲਦਾ ਹੈ, ਸ਼ੇਰ ਦੀ ਅਸਵਾਰੀ ਮਿਲੂਗੀ। ਜੇ ਪੂਜਾ ਅਧੂਰੀ ਰਹਿ ਗਈ ਤਾਂ ਫਿਰ ਉਹਦੀ ਅਸਵਾਰੀ ਬਣਨਾ ਪਏਗਾ। ਜੇ ਸ਼ਿਵ ਜੀ ਦੀ ਅਧੂਰੀ ਰਹਿ ਗਈ ਤਾਂ ਬਲਦ ਬਣਨਾ ਪਏਗਾ। ਜੇ ਮਾਂ ਮਾਈ ਦੀ ਅਧੂਰੀ ਰਹਿ ਗਈ ਤਾਂ ਸ਼ੇਰ ਬਣਨਾ ਪਵੇਗਾ। ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੇ ਡਉਰੂ ਢਮਕਾਵੈ। ਮਹਾਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਏ ਅਵਤਰੈ। ਤੂੰ ਕਹੀਅਤ ਹੀ ਆਦ ਭਵਾਨੀ, ਭਵਾਨੀ ਦੇਵੀ, ਚੰਡੀ ਦੇਵੀ, ਜਿਹੜੀ ਤੂੰ ਆਦਿ ਤੋਂ ਸਾਰਿਆਂ ਦੀ ਮਾਤਾ ਕਹਿਲਾਉਂਦੀ ਹੈ। ਪੀਪੇ ਭਗਤ ਨੇ ਉਹਦੀ ਭਗਤੀ ਕੀਤੀ ਦੇਵੀ ਦੀ, ਦੇਵੀ ਹੋ ਗਈ ਪ੍ਰਗਟ। ਪੀਪਾ ਇੱਕ ਰਾਜਾ ਸੀਗਾ, ਜਦ ਪ੍ਰਗਟ ਹੋ ਗਈ ਕਹਿੰਦੀ ਭਗਤਾ ਮੈਂ ਤੇਰੇ 'ਤੇ ਪ੍ਰਸੰਨ ਹਾਂ, ਮੰਗ ਕੀ ਮੰਗਦਾ ਵਰ ਮੰਗ। ਤਾਂ ਪੀਪਾ ਜੀ ਕਹਿਣ ਲੱਗੇ, ਹੇ ਮਾਤਾ ਜੀ, ਮੈਨੂੰ ਰੱਬ ਦਾ ਦਿੱਤਾ ਸਭ ਕੁਛ ਹੈ, ਆਪਦੀ ਵੀ ਕਿਰਪਾ ਹੈ, ਰਾਜ ਭਾਗ ਹੈ, ਹੋਰ ਕੀ ਚਾਹੀਦਾ? ਇੱਕ ਮੁਕਤੀ ਮੈਨੂੰ ਦੇ ਦਿਓ। ਤਾਂ ਉਸ ਵਕਤ ਕਹਿਣ ਲੱਗੀ ਕੁਛ ਹੋਰ ਮੰਗ ਲਾ। ਕਮਜ਼ੋਰੀ ਨਹੀਂ ਦੱਸੀ, ਆਪਦੀ ਕਮਜ਼ੋਰੀ। ਪੀਪਾ ਜੀ ਬੜੇ ਸ਼ਰਧਾਲੂ, ਕਹਿੰਦੇ ਨਹੀਂ ਮਾਤਾ ਜੀ ਮੈਨੂੰ ਮੁਕਤੀ ਦੇ ਦਿਓ। ਨਾ ਹਾਂ ਨਾ ਨਾ, ਬੰਦਾ ਸੱਚ ਤਾਂ ਦੱਸੇ, ਸਹੀ ਰਸਤੇ ਤਾਂ ਚਲਾਏ। ਕੁਛ ਜਵਾਬ ਨਹੀਂ ਦਿੱਤਾ, ਹਾਮ ਨਹੀਂ ਕੀਤੀ। ਉਸੇ ਵਕਤ ਛਪਣੀ ਹੋ ਗਈ, ਮੁੜ ਕੇ ਨਹੀਂ ਲੱਭੀ। ਪੀਪਾ ਜੀ ਨੇ ਸੋਚਿਆ ਵੀ ਇਹ ਭੱਜ ਕਿਉਂ ਗਈ ਹੈ।
ਸੰਤਾਂ ਦੀ ਸੰਗਤ ਚੋਂ ਪਤਾ ਲੱਗਦਾ ਇਹ ਤਾਂ ਆਪ ਖੁਦ ਮੁਕਤ ਨਹੀਂ ਹਨ। ਮਹਾਰਾਜ ਨੇ ਬਚਨ ਕੀਤਾ ਹੈ, ਇੰਦਰਪੁਰੀ ਮੈਂ ਸਰ ਪਰ ਮਰਨਾ। ਇੰਦਰਪੁਰੀ ਨੇ ਵੀ ਮਰ ਜਾਣਾ ਹੈ। ਬ੍ਰਹਮਪੁਰੀ ਨਿਰਚਲ ਨਹੀਂ ਰਹਿਣਾ। ਬ੍ਰਹਮਾ ਦੀ ਪੁਰੀ ਨੇ ਵੀ ਅਚਲ ਨਹੀਂ ਰਹਿਣਾ। ਸ਼ਿਵਪੁਰੀ ਕਾ ਹੋਏਗਾ ਕਾਲਾ। ਸ਼ਿਵ ਜੀ ਦੀ ਪੁਰੀ ਦਾ ਵੀ ਕਾਲ ਹੋ ਜਾਏਗਾ। ਤ੍ਰੈ ਗੁਣ ਮਾਇਆ ਬਿਨਸ ਬਿਤਾਲਾ। ਸ਼ਿਵ ਜੀ ਰਜੋ ਆਪਣਾ ਤਮੋ ਗੁਣੀ ਹੈ, ਬ੍ਰਹਮਾ ਰਜੋ ਗੁਣੀ ਹੈ, ਅਤੇ ਵਿਸ਼ਨਪੁਰੀ ਇਹ ਸਤੋ ਗੁਣੀ ਹੈ। ਇਹ ਤਿੰਨਾਂ ਗੁਣਿਆਂ ਦਾ ਖਾਤਮਾ ਹੋ ਜਾਏਗਾ। ਤ੍ਰੈ ਗੁਣ ਮਾਇਆ, ਤ੍ਰਿਗੁਣਾਤਕ ਮਾਇਆ ਦਾ ਬਿਨਸ ਬਿਤਾਲਾ ਇਹ ਨਾਸ਼ ਹੋ ਜਾਏਗਾ। ਇਸ ਵਾਸਤੇ ਤੂੰ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ। ਕਾਹਾ ਛਪਾਨੀ। ਮੁਕਤ ਦੀ ਵਾਰੀ ਆਈ ਤਾਂ ਕਿੱਥੇ ਲੁਕ ਗਈ। ਗੁਰਮਤਿ ਰਾਮ ਨਾਮ ਕੋ ਅਮੀਤ। ਇਸ ਲਈ ਗੁਰੂ ਦੀ ਮੱਤ ਧਾਰਨ ਕਰੋ। ਇਹ ਗੁਰਮੁਖੋ ਤੇ ਰਮੇ ਹੋਏ ਵਾਹਿਗੁਰੂ ਦੇ ਨਾਮ ਨੂੰ ਮੇਰੇ ਮਿੱਤਰੋ ਜਪਣਾ ਕਰੋ। ਗੁਰਮਤਿ ਰਾਮ ਨਾਮ ਕੋ ਅਮੀਤਾ ਪ੍ਰਣਮੈ ਨਾਮਾ ਇਉਂ ਕਹਿ ਗੀਤਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ। ਗੁਰੂ ਘਰ ਵਿੱਚ ਆ ਕੇ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਇਤਿਹਾਸ ਦੇ ਵਿੱਚ ਇਹਦੇ ਸਬੂਤ ਮਿਲਦੇ ਨੇ। ਮਲਸੀਆਂ ਜਿਹੜਾ ਪਿੰਡ ਹੈ ਇਹ ਮੋਗੇ ਤੋਂ ਜਦ ਜਲੰਧਰ ਨੂੰ ਜਾਈਏ ਤਾਂ ਰਸਤੇ ਦੇ ਵਿੱਚ ਆਉਂਦਾ ਹੈ ਮਲਸੀਆਂ। ਮਲਸੀਆਂ ਤੋਂ 10 ਮੀਲ ਦੀ ਦੂਰੀ ਤੇ ਸੁਲਤਾਨਪੁਰ ਲੋਧੀ ਹੈ। ਬਿਆਸਾ ਟੱਪ ਕੇ ਕਪੂਰਥਲਾ ਲੰਘ ਕੇ ਇਹ ਭਾਈ ਭਗੀਰਥ ਜੀ ਇੱਥੋਂ ਦੇ ਸਰਪੰਚ ਸੀਗੇ, ਮੁਖੀ ਸੀ ਮਲਸੀਆਂ ਦੇ। ਉਹ ਵੀ ਦੇਵੀ ਦੇ ਉਪਾਸ਼ਕ ਸਨ। ਇੱਕ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਤੇ ਅੱਧੀ ਰਾਤ ਤੱਕ ਦੇਵੀ ਦੀ ਮੂਰਤੀ ਅੱਗੇ ਬੈਠੇ ਪੂਜਾ ਕਰਦੇ ਰਹੇ। ਉਹਦਾ ਨਾਮ ਜਪਦੇ ਇਹੋ ਜਿਹੀ ਬਿਰਤੀ ਟਿਕੀ ਕਿ ਰਾਤ ਦੇ 12 ਵਜੇ ਤੱਕ ਭਗਤੀ ਕੀਤੀ। ਨਾ ਰੋਟੀ ਨਾ ਪਾਣੀ ਤੇ ਚੌਂਕੜਾ ਮਾਰਿਆ ਹੋਇਆ। 12 ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਕੁਝ ਕੱਖ ਲੱਗੀ। ਸੁਪਨੇ ਵਿੱਚ ਦੇਵੀ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਪੁੱਛਿਆ, ਭਗਤਾ ਦੱਸ ਕੀ ਮੰਗਦਾ ਹੈ? ਕਹਿੰਦਾ, ਹੇ ਮਾਤਾ ਮੈਨੂੰ ਮੁਕਤੀ ਦੇ। ਕਹਿੰਦੀ ਕਿ ਕੁਝ ਹੋਰ ਮੰਗ ਲਾ? ਕਹਿੰਦਾ ਨਹੀਂ। ਕਹਿੰਦੀ ਮੁਕਤ ਤਾਂ ਮੈਂ ਆਪ ਵੀ ਨਹੀਂ ਹਾਂ। ਕਹਿੰਦਾ ਫਿਰ ਤਾਂ ਮੈਨੂੰ ਮੁਕਤੀ ਚਾਹੀਦੀ ਆ। ਕਹਿੰਦੇ ਮੈਂ ਤੈਨੂੰ ਵਰ ਦੇ ਸਕਦੀ ਹਾਂ ਵੀ ਤੈਨੂੰ ਗੁਰੂ ਦੀ ਪ੍ਰਾਪਤੀ ਹੋਏਗੀ। ਕਿਹੜੇ ਗੁਰੂ ਸਾਹਿਬ? ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਕਿੱਥੇ ਰਹਿੰਦੇ ਨੇ? ਇੱਥੋਂ 10 ਮੀਲ ਦੀ ਦੂਰੀ ਤੇ ਗੁਰਦੁਆਰਾ ਹੱਟ ਸਾਹਿਬ ਦੀ ਕਾਰ ਸੇਵਾ ਕਰ ਰਹੇ ਨੇ। ਉਹਨਾਂ ਦੇ ਚਰਨਾਂ ਚਲਿਆ ਜਾ। ਭਾਈ ਭਗੀਰਥ ਜੀ ਅਨਿੰਨ ਸਿੱਖ ਸ਼ਰਧਾਲੂ ਬਣੇ ਗੁਰੂ ਮਹਾਰਾਜ ਦੇ। ਇਤਿਹਾਸ ਵਿੱਚ ਉਹਨਾਂ ਦਾ ਨਾਮ ਜ਼ਿਕਰਯੋਗ ਹੈ। ਗੁਰਦੁਆਰਾ ਹੱਟ ਸਾਹਿਬ ਵਾਲੇ ਅਸਥਾਨ ਦੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ। ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਦੇ ਰਹੇ। ਮਹਾਰਾਜ ਨੇ ਉਹਨਾਂ ਨੂੰ 3 ਗੱਲਾਂ ਉਪਦੇਸ਼ ਦ੍ਰਿੜ ਕਰਾਇਆ ਕਿ ਹਉਮੈ ਤਜਨ, ਨਾਮ ਲਿਵ ਲਾਵਨ, ਭਾਣਾ ਮੰਨਣ, ਪੰਥ ਇਹੋ ਪਾਵਨ। ਇਹ ਹਉਮੈ ਦਾ ਤਿਆਗ ਕਰ ਦੇ, ਨਾਮ ਦੇ ਵਿੱਚ ਲਿਵ ਲਾ ਕੇ ਰਹੋ, ਤੇ ਵਾਹਿਗੁਰੂ ਜੀ ਦਾ ਭਾਣਾ ਸਿਰ ਮੱਥੇ ਮੰਨ। ਇਹ 3 ਗੱਲਾਂ ਦ੍ਰਿੜ ਕਰ ਲੈ ਤੂੰ ਮੁਕਤ ਹੋ ਜਾਏਗਾ। ਬਾਕੀ ਨਾਮ ਜਪ ਸੇਵਾ ਕਰ। ਉਹਨੇ ਫਿਰ ਅੱਗੇ ਮਨਸੁਖ ਸ਼ਾਹੂਕਾਰ ਲਾਹੌਰ ਤੋਂ ਲਿਆ ਕੇ ਮਹਾਰਾਜ ਦੇ ਚਰਨੀ ਪਾਇਆ। ਉਹਦੀ ਕਲਿਆਣ ਕੀਤੀ। ਇੰਜ ਪਾਵਨ ਸ੍ਰੀ ਲਹਿਣਾ ਜੀ ਜਦ ਖਡੂਰ ਸਾਹਿਬ ਤੋਂ ਆਪ ਜੀ ਦੇ ਸਹੁਰਾ ਸਾਹਿਬ ਦੀ ਜਗ੍ਹਾ 'ਤੇ ਸੰਗ ਲੈ ਕੇ ਜਾ ਰਹੇ ਸੀ ਦੇਵੀ ਦਾ, ਤਾਂ ਰਸਤੇ ਵਿੱਚ ਕਰਤਾਰਪੁਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਦਰਬਾਰ ਦੇ ਅੰਦਰ ਅੰਮ੍ਰਿਤ ਵੇਲੇ ਇੱਕ ਬੜੀ ਸੋਹਣੀ ਸੁਨੱਖੀ ਬੀਬੀ ਜਿਹਨੇ ਲਾਲ ਚੂੜਾ ਤੇ ਸੂਹਾ ਕੱਪੜਾ ਪਾਇਆ ਹੋਇਆ, ਸੋਨੇ ਦੇ ਗਹਿਣਿਆਂ ਨਾਲ ਲੱਦੀ ਹੋਈ, ਤੇ ਝਾੜੂ ਫੇਰ ਰਹੀ ਪਾਵਨ ਸ੍ਰੀ ਲਹਿਣਾ ਜੀ ਨੂੰ ਦੇਖੀ। ਆਖਿਆ, ਬੀਬੀ ਭੈਣਾ ਤੂੰ ਕੌਣ ਹੈ? ਤੇਰੇ ਬਸਤਰ ਬੜੇ ਸੋਹਣੇ ਨੇ, ਜਿਸ ਤਰ੍ਹਾਂ ਕੋਈ ਵਿਆਹ ਤੋਂ ਆਇਆ ਹੋਵੇ, ਤੇ ਤੂੰ ਕਿੱਥੇ ਦੀ ਰਹਿਣ ਵਾਲੀ ਹੈ? ਅੰਮ੍ਰਿਤ ਵੇਲੇ ਇੰਨੀ ਸਵਖਤ ਹੈ, ਇਕੱਲੀ ਕਿਵੇਂ ਆਈ ਹੈ? ਕਹਿਣ ਲੱਗੀ, ਹੇ ਭਗਤਾ ਮੈਂ ਦੇਵੀ ਹਾਂ, ਜਵਾਲਾਮੁਖੀ ਦੇਵੀ, ਜਿਹਦੇ ਦਰਸ਼ਨਾਂ ਨੂੰ ਤੂੰ ਆਪ ਦਾ ਸੰਗ ਲੈ ਕੇ ਜਾ ਰਹੀ ਹਾਂ। ਕਹਿੰਦੇ ਮਾਤਾ ਅਸੀਂ ਤਾਂ ਤੇਰੇ ਦਰਸ਼ਨਾਂ ਨੂੰ ਤੇਰੇ ਕੋਲੋਂ ਮੰਗਣ ਜਾ ਰਹੇ ਹਾਂ, ਤੇ ਤੂੰ ਇੱਥੇ ਕੀ ਕਰ ਰਹੀ ਹੈ?
ਕਹਿੰਦੀ ਇਹ ਪ੍ਰਭੂ ਦਾ ਰੂਪ ਹਨ। ਇਹਨਾਂ ਦੇ ਦਰਬਾਰ ਵਿੱਚੋਂ ਹੀ ਤਾਂ ਮੈਂ ਝਾੜੂ ਫੇਰ ਕੇ ਵਰ ਲੈਂਦੀ ਹਾਂ। ਜਿਹੜੇ ਵਰ ਇਹ ਮੈਨੂੰ ਬਖਸ਼ਦੇ ਨੇ ਉਹੀ ਮੈਂ ਅੱਗੇ ਤੁਹਾਡੇ ਵਰਗੇ ਭਗਤਾਂ ਨੂੰ ਵੰਡਦੀ ਹਾਂ। ਅੱਛਾ, ਕਿ ਜੇ ਤੂੰ ਵੀ ਇੱਥੋਂ ਮੰਗਦੀ ਹੈ, ਏਡੀ ਦੂਰ ਆਪਾਂ ਨੂੰ ਜਾਣ ਦੀ ਕੀ ਲੋੜ ਪੈ ਗਈ? ਆਪਾਂ ਸਿੱਧੇ ਹੀ ਧੁਰ ਨਾਲ ਜੁੜਦੇ ਹਾਂ। ਸਤਿਗੁਰੂ ਮਹਾਰਾਜ ਨੇ, ਸਾਡੇ ਸ਼ਹਿਨਸ਼ਾਹ ਪਿਤਾ ਜੀ ਨੇ ਕੋਈ ਵਿੱਚ ਵਿਚੋਲਾ ਨਹੀਂ ਪਾਇਆ, ਸਾਨੂੰ ਸਿੱਧਾ ਧੁਰ ਦੇ ਨਾਲ ਜੋੜਿਆ। ਧੁਰ ਕੀ ਬਾਣੀ ਆਈ ਤਨ ਸਗਲੀ ਚਿੰਦ ਮਟਾਈ। ਬਾਣੀ ਦੇ ਰਾਹੀਂ ਤੁਸੀਂ ਧੁਰ ਦਰਗਾਹ ਤੱਕ ਪਹੁੰਚ ਸਕਦੇ ਹੋ। ਕੋਈ ਬੰਦੇ ਦੀ ਜ਼ਰੂਰਤ ਨਹੀਂ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਜਾਗਤ ਜੋਤ ਜਪੈ ਨਿਸਬਾਸੋ ਏਕ ਬਿਨਾ ਮਨ ਨੈਕ ਨਾਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ। ਗੋਰ ਨਾਮ ਹੈ ਕਬਰ ਦਾ, ਮੜੀ ਤੇ ਮੱਟ ਹੁੰਦਾ ਜੋਗੀਆਂ ਦਾ। ਮੜੀਆਂ ਲੋਕਾਂ ਬਣਾਈਆਂ ਹੁੰਦੀਆਂ, ਕਬਰਾਂ ਜਿਹੜੀਆਂ ਮੁਸਲਮਾਨਾਂ ਦੀਆਂ ਹੁੰਦੀਆਂ ਨੇ। ਕਿਉਂ? ਕਬਰ ਨੂੰ ਮੱਥਾ ਨਹੀਂ ਟੇਕਣਾ, ਉਹਦੀ ਪੂਜਾ ਨਹੀਂ ਕਰਨੀ, ਮੜੀਆਂ ਦੇ ਦੀਵੇ ਨਹੀਂ ਜਗਾਉਣੇ, ਮੱਠਾਂ 'ਤੇ ਜਾ ਕੇ ਨੱਕ ਨਹੀਂ ਰਗੜਨੇ। ਵਰਤ ਆਦਿਕ ਕਿਸੇ ਦੇਵੀ ਦੇਵਤੇ ਦਾ, ਕੋਈ ਪੁੰਨਿਆਂ ਦਾ, ਕੋਈ ਮੱਸਿਆ ਦਾ, ਕੋਈ ਕਰਵਾ ਚੌਥ, ਕੋਈ ਮੰਗਲਵਾਰ, ਕੋਈ ਵੀਰਵਾਰ। ਅਖੇ ਜੀ ਮੈਂ ਤਾਂ ਹਨੂੰਮਾਨ ਦਾ ਵਰਤ ਰੱਖਿਆ, ਅੱਜ ਵੀਰਵਾਰ ਹੈ। ਕੋਈ ਕਹਿੰਦਾ ਜੀ ਅੱਜ ਮੰਗਲਵਾਰ ਹੈ ਜੀ, ਮੈਂ ਤਾਂ ਦੇਵੀ ਦਾ ਰੱਖਿਆ ਹੋਇਆ। ਇਹ ਐਤਵਾਰ ਬਾਬੇ ਦਾ ਲਾਮਾ ਮਿਲਾ ਹੋਣਾ ਵੀ ਕਿਤੇ ਗੁਰਦੁਆਰਾ ਗੁੱਸੇ ਨਾ ਹੋ ਜਾਏ। ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਵਰ ਦਾ, ਇੱਕ ਹਿਰਸ ਸੋ ਬਾਬੇ ਨਾਨਕ ਦੀ। ਤੋ ਇੰਜ ਇਸ ਤਰ੍ਹਾਂ ਕੁਛ ਪ੍ਰਾਪਤ ਹੋਣ ਵਾਲਾ ਨਹੀਂ ਹੈ। ਬਹੁਤੀਆਂ ਬੇੜੀਆਂ 'ਚ ਜਿਹੜਾ ਬੰਦਾ ਲੱਤਾਂ ਰੱਖਦਾ, ਸਾਡਾ ਇਹ ਸਮਾਜ ਦੀ ਮਰਿਆਦਾ ਹੈ ਕਿ ਬੀਬੀ ਇੱਕ ਨਾਲ ਹੀ ਆਨੰਦ ਕਾਰਜ ਕਰਵਾ ਸਕਦੀ ਹੈ। ਤੇ ਮਰਦ ਦੀ ਮਰਿਆਦਾ ਵੀ ਇਹੀ ਹੈ ਕਿ ਇੱਕ ਬੀਬੀ ਨਾਲ ਹੀ ਆਨੰਦ ਕਾਰਜ ਹੁੰਦੇ ਨੇ। ਇਹ ਸਾਡੇ ਦੇਸ਼ ਦਾ ਕਾਨੂੰਨ ਹੈ। ਇਸ ਵਾਸਤੇ ਜਿਨ੍ਹੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਨਾਮ ਜਪਣਾ ਹੈ, ਵਾਹਿਗੁਰੂ ਜੀ ਨੂੰ ਖੁਸ਼ ਕਰਨਾ ਹੈ, ਤੇ ਮੱਥੇ ਕਿਤੇ ਹੋਰ ਨਾ ਪਾਸੇ ਟੇਕੀ ਜਾਏ, ਆਪ ਦੇ ਮਾਲਕ ਕਿਸੇ ਹੋਰ ਨੂੰ ਹੀ ਬਣਾਈ ਜਾਏ। ਦੱਸੋ ਪ੍ਰਭੂ ਦੀ ਪ੍ਰਾਪਤੀ, ਉਹਦੀ ਖੁਸ਼ੀ ਕਿਵੇਂ ਹੋਏਗੀ ਜੇ ਉਹਦੇ 'ਤੇ ਭਰੋਸਾ ਹੀ ਨਹੀਂ, ਉਹਦੇ 'ਤੇ ਵਿਸ਼ਵਾਸ ਹੀ ਨਹੀਂ ਹੈ। ਤੋ ਇਸ ਲਈ ਇੱਕੋ ਬੇੜੀ 'ਚ ਜੇ ਬੈਠਾਂਗੇ ਉਹੀ ਪਾਰ ਲੰਘਾਏਗੀ। ਬਹੁਤੀਆਂ ਬੇੜੀਆਂ ਦੇ ਵਿੱਚ ਡੁੱਬਣਾ ਹੋਏਗਾ। ਜਿਹੜੇ ਬਾਹਰਲੇ ਬੰਦੇ ਨੇ ਉਹ ਤਾਂ ਗੁਰਦੁਆਰੇ ਆ ਰਹੇ ਨੇ। ਮੈਂ ਇਤਿਹਾਸ ਦੇ ਵਿੱਚੋਂ ਇਹ ਗੱਲ ਪੜ੍ਹ ਕੇ ਬੜਾ ਵਿਚਾਰਦਾ ਹੁੰਦਾ ਕਿ ਅਸੀਂ ਜੰਮੇ ਗੁਰੂ ਘਰ 'ਚ, ਪਲੇ ਗੁਰੂ ਘਰ 'ਚ, ਖੇਡੇ ਗੁਰੂ ਘਰ ਵਿੱਚ। ਮਾਂ ਨੇ ਲਿਆ ਕੇ ਗੁਰਦੁਆਰੇ ਮੱਥਾ ਟਿਕਾਇਆ, ਇਹ ਤੋਂ ਬਗੈਰ ਸਾਨੂੰ ਕਿਤੇ ਵੀ ਨਹੀਂ ਲੈ ਕੇ ਗਈ। ਤੇ ਆਪਾਂ ਫਿਰ ਵੀ ਬੇਮੁਖ ਹੋ ਕੇ ਬਾਹਰ ਨੂੰ ਭੱਜਦੇ ਹਾਂ। ਕੋਈ ਕੇਸ ਕਟਾਈ ਜਾ ਰਿਹਾ, ਕੋਈ ਕੁਛ, ਕੋਈ ਕੁਛ। ਸਾਡਾ ਦਿਲ ਹੀ ਨਹੀਂ ਲੱਗ ਰਿਹਾ। ਪਤਾ ਨਹੀਂ ਕੀ ਕਾਰਨ ਹੈ, ਕਿਹੋ ਜਿਹੇ ਮਾੜੇ ਕਰਮ ਆਪਾਂ ਕੀਤੇ ਨੇ। ਤੁਸੀਂ ਵੇਖੋ, ਇੱਕ ਸੰਤੋਖਾ ਜੋਗੀ ਸਤਿਯੁਗ ਦੇ ਵਿੱਚ ਬੰਦਗੀ ਕਰਦਾ, ਆਪਦੇ ਗੁਰੂ ਨੂੰ ਪ੍ਰਸੰਨ ਕਰ ਲਿਆ। ਕਹਿੰਦੇ ਦੱਸ ਭਾਈ ਕੀ ਚਾਹੁੰਦਾ? ਕਹਿੰਦਾ ਜੀ ਮੈਨੂੰ ਮੁਕਤ ਕਰ ਦਿਓ। ਉਹ ਕਹਿੰਦਾ ਮੁਕਤ ਤਾਂ ਮੈਂ ਆਪ ਵੀ ਨਹੀਂ ਹਾਂ। ਕਹਿੰਦਾ ਮੈਨੂੰ ਤਾਂ ਫਿਰ ਮੁਕਤੀ ਚਾਹੀਦੀ ਹੈ। ਕੋਈ ਗੁਰੂ ਪੀਰ ਦੇਵੀ ਦੇਵਤਾ ਜਦੋਂ ਦੀ ਦੁਨੀਆ ਬਣੀ ਆ ਅੱਜ ਤੱਕ ਇਤਿਹਾਸ ਪੜ੍ਹ ਕੇ ਵੇਖ ਲਓ, ਜੇ ਕਿਸੇ ਨੇ ਮੁਕਤੀ ਦਿੱਤੀ ਹੋਵੇ। ਧਰੂ ਜੀ ਨੇ ਵਿਸ਼ਨੂੰ ਦੀ ਭਗਤੀ ਕੀਤੀ, ਪ੍ਰਹਿਲਾਦ ਨੇ ਵੀ ਵਿਸ਼ਨੂੰ ਦੀ ਕੀਤੀ, ਮੁਕਤੀ ਨਹੀਂ ਮਿਲੀ। ਕਹਿੰਦੇ ਉੱਥੇ ਪਹੁੰਚਾ ਦਿਓ ਜਿੱਥੇ ਵੱਡ ਵਡੇਰੇ ਵੀ ਨਾ ਪਹੁੰਚੇ ਹੋਣ। ਕਹਿੰਦੇ ਬਸ ਮੇਰੀ ਤਾਂ ਇੰਨੀ ਕੁ ਸਮਰੱਥਾ, ਮੈਂ ਤਾਂ ਬੈਕੁੰਠ 'ਚ ਲਿਜਾ ਸਕਦਾ। ਤੇ ਬੈਕੁੰਠ ਦੇ ਉੱਪਰ ਜਿੰਨੀ ਕੁ ਸਮਰੱਥਾ ਉਨੀ ਕੁ ਪੂਰੀ ਉੱਪਰ ਕਰ ਦਿੱਤੀ। ਬਸ ਸੱਚਖੰਡ ਦੇ ਦਰਸ਼ਨ ਨਹੀਂ ਹੋਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਗਟ ਹੋਣ ਤੋਂ ਬਾਅਦ ਜਦ ਗੁਰੂ ਮਹਾਰਾਜ ਨੇ ਯਾਤਰਾ ਕੀਤੀ ਸਮੇਰ ਪਰਬਤ ਤੋਂ ਅੱਗੇ ਦੀ ਅੱਗੇ, ਧਰੂਪੁਰੀ, ਪ੍ਰਹਿਲਾਦਪੁਰੀ 'ਚ ਗਏ ਨੇ। ਉਹਨਾਂ ਨੂੰ ਦਰਸ਼ਨ ਬਖਸ਼ੇ ਉਹਨਾਂ ਦੀ ਭਗਤੀ ਦੇ ਪ੍ਰਤਾਪ ਕਰਕੇ। ਤੇ ਫਿਰ ਉਹਨਾਂ ਨੂੰ ਨਿਰਗੁਣ ਤੇ ਸਰਗੁਣ 'ਚ ਭੇਦਤਾ ਬਖਸ਼ ਕੇ ਸੱਚਖੰਡ ਦੇ ਅਧਿਕਾਰੀ ਬਣਾਇਆ। ਸੱਚਖੰਡ ਦਾ ਦਰਵਾਜ਼ਾ ਗੁਰੂ ਨਾਨਕ ਸਾਹਿਬ ਨੇ ਖੋਲ੍ਹਿਆ ਹੈ। ਕੇਵਲ ਮੁਕਤੀ ਮਹਾਰਾਜ ਨੇ ਬਖਸ਼ੀ ਹੈ। 4 ਪ੍ਰਕਾਰ ਦੀਆਂ ਮੁਕਤੀਆਂ ਨੇ। ਸ਼ਲੋਕ ਮੁਕਤੀ, ਜਿਸ ਤਰ੍ਹਾਂ ਗੁਰਦੁਆਰਾ ਲੋਕ ਇਹਦੇ ਵਿੱਚ ਆਪ ਬੈਠੇ ਹੋਏ ਹੋ। ਸਰੂਪ ਮੁਕਤੀ, ਮਹਾਰਾਜ ਦਾ ਰੂਪ ਗਾਤਰਾ ਪਾ ਲੈਣਾ, ਗੁਰੂ ਸਾਹਿਬ ਵਰਗੀ ਦਸਤਾਰ, ਸਰੂਪ ਮੁਕਤੀ।
ਸਜੁਜ ਮੁਕਤੀ, ਜਿਸ ਤਰ੍ਹਾਂ ਪਾਣੀ 'ਚ ਖੰਡ ਘੋਲ ਲਈਦੀ ਹੈ। ਸਮੀਪ ਮੁਕਤੀ, ਜਿਸ ਤਰ੍ਹਾਂ ਮਹਾਰਾਜ ਦੀ ਹਜ਼ੂਰੀ 'ਚ ਸਿੰਘ ਚੌਰ ਕਰ ਰਿਹਾ, ਆਪਾਂ ਸਾਰੇ ਹਜ਼ੂਰੀ 'ਚ ਹੀ ਬੈਠੇ ਹੋਏ ਆ, ਨੇੜਤਾ ਹੋ ਜਾਣੀ ਆਪਣੇ ਇਸ਼ਟ ਦੇਵ ਦੀ। ਇਹ ਸਜੁਜ ਮੁਕਤੀ, ਪਾਣੀ ਤੇ ਖੰਡ, ਪਾਣੀ ਤੇ ਲੂਣ ਵਰਗੀ ਅਵਸਥਾ, ਪਰ ਤੁਸੀਂ ਅੱਗ ਤੇ ਰੱਖ ਕੇ ਪਾਣੀ ਉਡਾ ਕੇ ਖੰਡ ਨੂੰ ਪ੍ਰਾਪਤ ਕਰ ਸਕਦੇ ਹੋ, ਕਿਉਂ ਕਿਤੇ ਨਾ ਕਿਤੇ ਕਾਲ ਦੇ ਵਸ ਜੀ ਪੈ ਸਕਦਾ। ਜਿਹੜੀ ਮੁਕਤੀ ਦੀ ਬਾਤ ਇੱਥੇ ਆਈ ਹੈ, ਜਨਮ ਮਰਨ ਦੀ ਨਿਵਰਤੀ, ਉਹ ਹੈ ਕੇਵਲ ਮੁਕਤੀ। ਕੇਵਲ ਤੇ ਕੇਵਲ ਵਾਹਿਗੁਰੂ ਦਾ ਹੀ ਰੂਪ ਹੋ ਜਾਣਾ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਜਿਵੇਂ ਪਾਣੀ 'ਚ ਪਾਣੀ ਮਿਲ ਜਾਂਦਾ, ਸੂਰਜ ਦੀ ਕਿਰਨ ਸੂਰਜ ਤੋਂ ਵੱਖਰੀ ਨਹੀਂ ਹੁੰਦੀ, ਜਾਪ ਦੀ ਵੱਖਰੀ ਹੈ, ਪਰ ਹੁੰਦਾ ਉਹ ਸੂਰਜ ਦਾ ਹੀ ਰੂਪ ਹੈ। ਉਹ ਇੰਜ ਵਾਹਿਗੁਰੂ ਵਿੱਚ ਇਕਮਿਕ ਹੋ ਜਾਣਾ। ਬ੍ਰਹਮੇ ਬ੍ਰਹਮ ਮਿਲਿਆ, ਕੋਈ ਨਾ ਸਾਕੈ ਭਿੰਨ ਕਰ ਬਰਲਾਮ ਜੀਓ। ਇਹ ਮੁਕਤੀ ਮਹਾਰਾਜ ਦੇ ਘਰੋਂ ਮਿਲੀ ਹੈ। ਉਹਦੇ ਗੁਰੂ ਨੇ ਆਖਿਆ, ਫਿਰ ਮੈਂ ਤੈਨੂੰ ਵਰ ਦਿੰਦਾ ਕਿ ਤੂੰ ਕਲਯੁਗ ਦੇ ਵਿੱਚ ਗੁਰੂ ਸਾਹਿਬ ਦੇ ਚਰਨੀ ਪਾਏਂਗਾ, ਉਹ ਤੈਨੂੰ ਮੁਕਤ ਕਰਨਗੇ। ਕਹਿੰਦਾ ਮਹਾਰਾਜ ਕਲਯੁਗ ਕਦੋਂ ਆਏਗਾ? ਸਤਯੁਗ ਦੀ ਬਾਤ, ਮੈਂ ਜੰਮਦਾ ਮਰਦਾ ਕਿਤੇ ਬੇਮੁਖ ਹੋ ਗਿਆ, ਫਿਰ ਐਸੇ ਸਰੀਰ 'ਚ ਮੁਕਤੀ ਚਾਹੀਦੀ ਹੈ। ਕਹਿੰਦੇ ਫਿਰ ਇੰਜ ਕਰ, ਚੌਂਕੜਾ ਮਾਰ ਕੇ ਮੱਠ ਬਣਾ ਕੇ ਬੈਠ ਜਾ। ਉਹਨੇ ਮੱਠ ਬਣਾ ਕੇ ਚੌਂਕੜਾ ਮਾਰ ਕੇ ਸਮਾਧੀ ਲਾ ਲਈ, 10ਵੇਂ ਦੁਆਰ ਸਵਾਸ ਚੜਾ ਲਏ। ਜਦੋਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਹੈ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਮੋਢੀ ਕੱਢੀ ਹੈ ਤੇ ਦੁੱਖ ਭੰਜਨੀ ਬੇਰੀ ਹੇਠਾਂ ਥੋੜ੍ਹਾ ਕੱਚੇ ਰੂਪ 'ਚ ਸਰੋਵਰ ਦੀ ਸੇਵਾ ਕਰਵਾਈ। ਉਹ ਪਾਣੀ ਪੈ ਪੈ ਕੇ ਭਰ ਗਿਆ, ਮੀਂਹ ਪੈ ਪੈ ਕੇ। ਗੁਰੂ ਸਾਹਿਬ ਦੇ ਕੋਲ ਸਮਾਂ ਥੋੜ੍ਹਾ ਸੀਗਾ, ਇਸ ਲਈ ਸੇਵਾ ਸੰਪੂਰਨ ਨਹੀਂ ਹੋਈ। ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹੁਕਮ ਕੀਤਾ ਤੇ ਉਹਨਾਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਸਰੋਵਰ ਦੀ ਸੇਵਾ ਕਰਾਈ, ਉਹ ਸੰਤੋਖ ਸੰਗ ਸਰੋਵਰ ਸੀ, ਕੋਤਵਾਲੀ ਦੇ ਬਿਲਕੁਲ ਸਾਹਮਣੇ ਹੈ, ਬਿਲਕੁਲ ਸਿਟੀ ਸੈਂਟਰ ਅੰਦਰ ਵਿਚਕਾਰ ਸ਼ਹਿਰ ਦੇ ਹਾਲ ਬਾਜ਼ਾਰ ਦੇ ਵਿੱਚ। ਜਦ ਮਹਾਰਾਜ ਸਰੋਵਰ ਪਟਵਾ ਰਹੇ ਸਨ ਤੇ ਸੰਗਤਾਂ ਨੇ ਆ ਕੇ ਬੇਨਤੀ ਕੀਤੀ, ਜੀ ਇੱਕ ਮੱਠ ਨਿਕਲਿਆ। ਮਹਾਰਾਜ ਕਹਿੰਦੇ ਉਹਦਾ ਦਰਵਾਜ਼ਾ ਲੱਭੋ। ਦਰਵਾਜ਼ਾ ਉਹ ਬੰਦ ਕਰਕੇ ਮਿੱਟੀ ਲਾਈ ਹੋਈ ਸੀ। ਦਰਵਾਜ਼ਾ ਖੋਲ੍ਹੋ, ਵਿੱਚੋਂ ਇੱਕ ਜੋਗੀ ਨਿਕਲਿਆ ਜੀ। ਗੁਰੂ ਸਾਹਿਬ ਖੁਦ ਆਪ ਆਏ। ਮਹਾਰਾਜ ਕਹਿੰਦੇ ਇਹਦੇ ਪੈਰਾਂ ਦੇ ਵਿੱਚ ਮੱਖਣੀ ਚੱਸੋ, ਇਹਦੇ ਸਿਰ 'ਚ ਮੱਖਣੀ ਚੱਸੋ। ਇੰਜ ਕਹਿ ਕੇ ਮਹਾਰਾਜ ਚਲੇ ਗਏ। ਉਹਦੀ ਮਾਲਸ਼ ਮੂਲਸ਼ ਕਰਦਿਆਂ ਤੇ 10ਵੇਂ ਦੁਆਰ ਦੇ ਵਿੱਚੋਂ ਸਵਾਸ ਹੇਠਾਂ ਉਤਰੇ। ਅੱਖਾਂ ਖੋਲ੍ਹਦੀਆਂ ਪੁੱਛਣ ਲੱਗਾ, ਕਿਹੜਾ ਸਮਾਂ ਹੈ? ਸੰਗਤਾਂ ਕਹਿੰਦੀਆਂ ਜੀ ਕਲਯੁਗ ਹੈ। ਕਹਿੰਦੇ ਕਿਹੜੇ ਮਹਾਤਮਾ ਜਿਨ੍ਹਾਂ ਦੀ ਇਹ ਸੰਗਤ ਹੈ? ਕਹਿੰਦੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ 5ਵੀਂ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਸਰੋਵਰ ਪਟਵਾ ਰਹੇ ਸਨ, ਤਾਂ ਇਹ ਆਪ ਦੇ ਦਰਸ਼ਨ ਹੋਏ। ਕਹਿੰਦੇ ਉਹਨਾਂ ਨੂੰ ਬੇਨਤੀ ਕਰੋ ਕਿ ਮੈਂ ਸਤਿਯੁਗ ਦਾ ਉਹਨਾਂ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਲਈ ਇੱਥੇ ਬੈਠਾ ਹੋਇਆ, ਅਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਬਖਸ਼ਣ। ਸਤਿਗੁਰੂ ਜੀ ਆਪ ਚੱਲ ਕੇ ਆਏ। ਉਸ ਯੋਗੀ ਨੂੰ ਮਹਾਰਾਜ ਨੇ ਸਿਰ 'ਤੇ ਹੱਥ ਰੱਖ ਕੇ ਸ਼ੁਭ ਉਪਦੇਸ਼ ਬਖਸ਼ਿਆ। ਉਹ ਸਾਰਾ ਉਪਦੇਸ਼ ਗੁਰੂ ਪ੍ਰਤਾਪ ਸੂਰਜ ਗ੍ਰੰਥ 'ਚ ਬੜਾ ਖੋਲ੍ਹ ਕੇ ਲਿਖਿਆ ਹੋਇਆ ਹੈ। ਅਤੇ ਸੰਗਤ ਜੀਓ, ਉਹ ਯੋਗੀ ਨੂੰ ਮਹਾਰਾਜ ਨੇ ਪੁੱਛਿਆ ਵੀ ਦੱਸੋ ਯੋਗੀ ਰਾਜ, ਕੀ ਚਾਹੀਦਾ ਤੁਹਾਨੂੰ? ਕਹਿੰਦੇ ਜੀ ਕਿਸੇ ਚੀਜ਼ ਦੀ ਤਮੰਨਾ ਨਹੀਂ, ਉਮਰ ਤਾਂ ਇੰਨੀ ਲੰਬੀ ਹੈ, ਮੈਂ ਤਾਂ ਅੱਕ ਗਿਆ ਬੈਠਾ ਬੈਠਾ। ਤੁਸੀਂ ਉਡੀਕ ਹੀ ਬੜੀ ਕਰਾਈ ਹੈ, ਹੁਣ ਤਾਂ ਬਸ ਮੁਕਤੀ ਚਾਹੀਦੀ ਹੈ ਜੀ। ਤੇ ਮਹਾਰਾਜ ਨੇ ਮੁਕਤ ਕੀਤਾ। ਜੋਗੀ ਉੱਥੇ ਹੀ ਗੁਰੂ ਸਾਹਿਬ ਦੀ ਦਰਸ਼ਨ ਕਰਦਾ ਸਵਾਸ ਛੱਡ ਗਿਆ। ਉਹ ਗੁਰਦੁਆਰੇ ਦਾ ਨਾਂ ਹੀ ਸੰਤੋਖਸਰ ਹੈ। 5 ਸਰੋਵਰ ਨੇ ਅੰਮ੍ਰਿਤਸਰ ਦੇ। ਇੱਕ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਦੁੱਖ ਭੰਜਨੀ ਬੇਰੀ ਹੇਠ, ਇੱਕ ਕੌਲਸਰ ਮਾਤਾ ਕੌਲਾਂ ਦੇ ਨਾਮ ਦੇ, ਇੱਕ ਵਿਵੇਕਸਰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਾਧ ਸੰਗਤ ਜੀ ਉਹ ਵਿਵੇਕ ਚਰਚਾ ਬਾਬੇ ਬੁੱਢੇ ਸਾਹਿਬ ਨਾਲ ਕੀਤੀ, ਗਿਆਨ ਹੋਇਆ। ਤੇ ਇੱਕ ਗੁਰਦੁਆਰਾ ਰਾਮਸਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ। ਤੇ ਇਹ ਸੰਤੋਖਸਰ ਸਭ ਤੋਂ ਪਹਿਲਾ ਸਰੋਵਰ ਸੰਤੋਖਸਰ ਹੈ, ਜਿਹਦੀ ਮਹਾਰਾਜ ਨੇ ਸੇਵਾ ਕਰਵਾਈ। ਇੱਥੇ ਬੀਬੀ ਰਜਨੀ ਫਰਿਆਦ ਲੈ ਕੇ ਆਈ ਤਾਂ ਅੰਮ੍ਰਿਤ ਸਰੋਵਰ ਦੀ ਮਹਿਮਾ ਪ੍ਰਗਟ ਹੋਈ।
ਮਹਾਰਾਜ ਨੇ ਉੱਥੋਂ ਹੀ ਸੰਗਤਾਂ ਇੱਧਰ ਨੂੰ ਲਿਆਂਦੀਆਂ, ਆਪਣੇ ਸਾਹਮਣੇ ਚੀਚੀ ਉਂਗਲ ਪਵਾ ਕੇ ਉਹਦੇ ਪਤੀ ਨੂੰ ਸੰਗਤਾਂ ਦੇ ਸਾਹਮਣੇ ਤੇ ਤੰਦਰੁਸਤ ਕੀਤਾ। ਸੰਗਤਾਂ 'ਚ ਮਹਿਮਾ ਪ੍ਰਗਟ ਹੋਈ। ਫਿਰ ਅੰਮ੍ਰਿਤ ਸਰੋਵਰ ਦੀ ਸੇਵਾ ਉਹ ਤੋਂ ਬਾਅਦ ਸ਼ੁਰੂ ਕੀਤੀ ਮਹਾਰਾਜ ਨੇ। ਗੁਰਦੁਆਰਾ ਨਾਮ ਹੈ ਗੁਰਦੁਆਰਾ ਟਾਹਲੀ ਸਾਹਿਬ। ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ, ਸਰੋਵਰ ਦਾ ਨਾਮ ਹੈ ਸੰਤੋਖੇ ਜੋਗੀ ਤੋਂ ਸੰਤੋਖਸਰ। ਗੁਰਦੁਆਰਾ ਨਾਮ ਟਾਹਲੀ ਸਾਹਿਬ, ਟਾਹਲੀ ਹੇਠ ਮਹਾਰਾਜ ਨੇ ਆਪ ਦਾ ਆਸਣ ਲਾਇਆ। ਉੱਥੇ ਗੁਰਦੁਆਰਾ ਸ਼ਸ਼ੋਭਤ ਹੈ ਸਰੋਵਰ ਦੇ ਕਿਨਾਰੇ ਤੇ, ਜਿੱਥੇ ਬੈਠ ਕੇ ਸੇਵਾ ਕਰਵਾਈ। ਇੱਕ ਜੋਗੀ ਸਤਿਯੁਗ ਦਾ ਬੈਠਾ ਤੇ ਮਹਾਰਾਜ ਨੂੰ ਡੀਕਦਾ ਡੀਕਦਾ ਵੇਖੋ ਬੁੱਢਾ ਹੋ ਗਿਆ। ਮੱਟ ਬਣਾ ਕੇ ਕਿੰਨੀ ਮੁਸ਼ਕਿਲ ਹੈ ਬੈਠਣਾ। ਸਵਾਸ 10ਵੇਂ ਦਵਾਰ ਵਿੱਚ ਚੜਾਏ, ਉਹਨੇ ਗੁਰਦੁਆਰੇ ਆ ਕੇ ਤੇ ਮੁਕਤੀ ਪਾਈ। ਤੇ ਸਾਨੂੰ ਮਹਾਰਾਜ ਨੇ ਜਨਮ ਹੀ ਗੁਰਦੁਆਰੇ 'ਚ ਦਿੱਤਾ। ਸਾਰੀ ਉਮਰ ਸਾਡੀ ਲੰਘ ਗਈ ਹੈ, ਅਜੇ ਤੱਕ ਸਾਡੀ ਸ਼ਰਧਾ ਬੱਝੀ ਨਹੀਂ। ਪਤਾ ਨਹੀਂ ਕਿਹੜੀ ਦੀਵਾਲੀ ਨੂੰ ਆਪਾਂ ਮਹਾਰਾਜ ਦੇ ਚਰਨਾਂ 'ਤੇ ਸ਼ਰਧਾ ਬੰਨ੍ਹਣੀ ਹੈ, ਕਦੋਂ ਆਪਾਂ ਮਹਾਰਾਜ ਦਾ ਨਾਮ ਜਪਣਾ, ਕਦੋਂ ਅਰਦਾਸ ਕਰਾਂਗੇ। ਮੁਕਤੀ ਦੇ ਤਾਂ ਲਾਗੋਂਦੀ ਨਹੀਂ, ਆਪਾਂ ਲੰਘਦੇ। ਸਾਨੂੰ ਆ ਵੀ ਚਾਹੀਦਾ, ਉਹ ਵੀ ਚਾਹੀਦਾ, ਇਸ ਤਰ੍ਹਾਂ ਉਸ ਤਰ੍ਹਾਂ ਦੁਨਿਆਵੀ ਡਿਮਾਂਡਾਂ ਬਥੇਰੀਆਂ। ਸਾਡਾ ਮਨ ਦੁਨੀਆ 'ਚ ਭਟਕ ਰਿਹਾ ਹੈ। ਜਿਹਦੇ ਕੋਲ ਕੋਈ ਚੀਜ਼ ਹੋਵੇ ਉਹਦੀ ਕੀਮਤ ਦਾ ਉਹਨੂੰ ਪਤਾ ਨਹੀਂ ਹੁੰਦਾ। ਜਦੋਂ ਵਿਛੜ ਜਾਏ, ਗਵਾਚ ਜਾਏ, ਫਿਰ ਬੰਦਾ ਰੋਂਦਾ ਹੈ ਵੀ ਮੇਰੇ ਕੋਲੋਂ ਗਵਾਚ ਗਈ ਹੈ। ਸ਼ਾਇਦ ਪਤਾ ਨਹੀਂ ਇਸੇ ਤਰ੍ਹਾਂ ਹੀ ਹੈ, ਸਾਨੂੰ ਇਹਦੀ ਕੀਮਤ ਦਾ ਪਤਾ ਹੀ ਨਹੀਂ ਹੈ। ਮਹਾਰਾਜ ਨੇ ਸਾਨੂੰ ਜਨਮ ਤੋਂ ਹੀ ਸਭ ਕੁਝ ਬਖਸ਼ਤਾ ਤੇ ਸਾਨੂੰ ਇਹਦੀ ਕੀਮਤ ਨਹੀਂ ਪਤਾ। ਬਾਬੇ ਬੰਦੇ ਬਹਾਦਰ ਨੂੰ ਪੁੱਛ ਕੇ ਵੇਖੋ, ਕਿੰਨੇ ਉਹ ਧੱਕੇ ਖਾ ਕੇ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਆਇਆ। ਕਿੰਨੇ ਧੱਕੇ ਖਾਦੇ ਉਹਨੇ ਦੇਖੋ, ਕਦੀ ਕਿਸੇ ਸਾਧ ਦੇ ਚਰਨਾਂ 'ਚ, ਕਦੀ ਕਿਤੇ ਕਦੀ ਕਿਤੇ। ਫਿਰ ਉਹ ਭੂਤਾਂ ਪ੍ਰੇਤਾਂ ਦੇ ਚੱਕਰ 'ਚ ਘੁੰਮ ਗਿਆ। ਜਾਦੂ ਟੂਣਿਆਂ ਵਾਲੇ ਪਾਸੇ ਵੀਰ ਵਸ ਕੀਤੇ ਹੋਏ ਸੀ। ਪੁੱਠੀ ਮੱਤ ਹੋ ਗਈ, ਦਿਮਾਗ ਪੁੱਠਾ ਭੌਂ ਗਿਆ। ਭਗਤੀ ਕਰਦਾ ਤਾਂ ਸਹੀ ਸੀਗਾ ਤੇ ਉਹ ਸਾਧੂਆਂ ਦੀ ਬੇਦਬੀ ਕਰੀ ਜਾਂਦਾ ਸੀਗਾ। ਮਹਾਰਾਜ ਨੂੰ ਬੁਰਹਾਨਪੁਰ ਹੀ ਖਬਰ ਮਿਲ ਗਈ ਗੁਰੂ ਗੋਬਿੰਦ ਸਿੰਘ ਨੂੰ। ਕਿਸੇ ਸਾਧੂ ਨੇ ਆਖਿਆ ਮਹਾਰਾਜ ਉੱਧਰ ਨੂੰ ਨਾ ਜਾਇਓ, ਉੱਥੇ ਇੱਕ ਵਿਗੜਿਆ ਹੋਇਆ ਬੰਦਾ ਬੈਠਾ ਜੇ, ਉਹ ਤੁਹਾਡੀ ਬੇਦਬੀ ਨਾ ਕਿਤੇ ਕਰ ਦੇ। ਮਹਾਰਾਜ ਕਹਿੰਦੇ ਵਿਗੜਿਆਂ ਨੂੰ ਤਾਂ ਸੁਧਾਰਨ ਲਈ ਆਪਾਂ ਨੇ ਅਵਤਾਰ ਧਾਰਿਆ, ਅਸੀਂ ਤਾਂ ਇਹੋ ਜਿਹੇ ਬੰਦੇ ਲੱਭਦੇ ਆ। ਵਿਗੜਿਆ ਬੰਦਾ ਜੇ ਸੁਧਰ ਜਾਏ ਉਹ ਬਹੁਤ ਮਹਾਨ ਸੇਵਾ ਕਰਦਾ ਹੈ। ਸਾਧਾਂ ਦਾ ਕੰਮ ਥੋੜ੍ਹਾ ਆ। ਵਜੀਦੇ ਨੂੰ ਕਿਸੇ ਸਾਧ ਨੇ, ਕਿੰਨੇ ਸਾਧ ਇੱਥੇ ਤੁਰੇ ਫਿਰਦੇ ਸੀਗੇ ਮਾੜਾ ਫੇਰਨ ਵਾਲੇ। ਸਾਧਾਂ ਦਾ ਕੰਮ ਨਹੀਂ ਹੈ ਜਿਹੜਾ ਬੰਦੇ ਬਹਾਦਰ ਨੇ ਕੀਤਾ। ਵਜੀਦੇ ਨੂੰ ਸਜ਼ਾ ਦੇਣੀ ਕੋਈ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਸੀਗੀ। ਇਸ ਵਾਸਤੇ ਵਿਗੜੇ ਹੋਏ ਬੰਦਿਆਂ ਹੀ ਸੇਵਾ ਕਰਦੇ ਨੇ। ਮੈਂ ਉਹਨੂੰ ਹੀ ਜਾ ਕੇ ਪੁੱਛੂੰਗਾ ਭਾਈ ਬਾਬਾ ਵਿਧੀ ਚੰਦ, ਵੇਖੋ ਉਹਦਾ ਪਹਿਲਾ ਜੀਵਨ ਕੈਸਾ ਸੀਗਾ। ਘੋੜੇ ਲਿਆਉਣੇ ਉਹ ਸਾਡਾ ਕੰਮ ਥੋੜ੍ਹਾ ਆ। ਮਾਲਾ ਫੇਰਨ ਵਾਲੇ ਇਸ ਤਰ੍ਹਾਂ ਦਾ ਕੰਮ ਥੋੜ੍ਹਾ ਕਰ ਸਕਦੇ ਨੇ। ਪਰ ਜੇ ਵਿਗੜੇ ਬੰਦੇ ਸੁਧਰ ਜਾਣ ਤੇ ਉਹ ਐਸੀ ਮਹਾਨ ਸੇਵਾ ਕਰਦੇ ਨੇ ਜੋ ਕੋਈ ਕਰ ਨਾ ਸਕੇ। ਦੁਸ਼ਾਲੇ ਵੇਖੋ ਲੈ ਕੇ ਆਏ। ਬਾਬੇ ਵਿਧੀ ਚੰਦ ਦਾ ਨਾਮ ਦੁਨੀਆ 'ਚ ਪ੍ਰਸਿੱਧ ਹੈ। ਮਹਾਰਾਜ ਦੀ ਉਹਨਾਂ ਦੀ ਕਿਰਪਾ ਹੋਈ। ਬਾਬੇ ਬੰਦੇ ਬਹਾਦਰ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਪੁੱਛਿਆ ਵੀ ਦੱਸ ਇਹ ਕੋਈ ਅਕਲ ਹੈ? ਸੋ ਇਹ ਤਾਂ ਡੰਗਰਾਂ ਵਾਲਾ ਤੇ ਕੁੱਕਰਾਂ ਵਾਲਾ ਕੰਮ ਹੈ। ਕੁੱਤਾ ਆਪਦੇ ਇਲਾਕੇ 'ਚ ਦੂਜੇ ਕੁੱਤੇ ਨੂੰ ਨਹੀਂ ਆਉਣ ਦਿੰਦਾ, ਤੇ ਜਿਹੜਾ ਡੰਗਰ ਹੈ ਆਪਦੀ ਖੁਰਲੀ ਦੇ ਵਿੱਚ ਕਿਸੇ ਨੂੰ ਮੂੰਹ ਨਹੀਂ ਪਾਉਣ ਦਿੰਦਾ, ਢੁੱਡ ਮਾਰਦਾ, ਵੱਡੇ ਤੋਂ ਡਰ ਜਾਂਦਾ, ਛੋਟੇ ਨੂੰ ਡਰਾਉਂਦਾ। ਤੂੰ ਮਹਾਂਪੁਰਖਾਂ ਦੀ ਕਿਉਂ ਬੇਅਦਬੀ ਕਰਦਾ ਭਾਈ? ਇਹ ਸੰਤਾਂ ਸਾਧੂਆਂ ਵਾਲਾ ਕੰਮ ਹੈ। ਕੀ ਤੇਰੇ 'ਚ ਸਾਧੂ ਹੋਣਾ, ਕੀ ਤੂੰ ਖੱਟਿਆ ਦੱਸ ਇੰਨੀ ਬੰਦਗੀ ਕਰਕੇ? ਚੱਲ ਲਾਲਾ ਜੋਰ ਉਲਟਾ ਮੰਜਾ, ਮੈਂ ਵੇਖਦਾ ਬੜਾ ਤੈਨੂੰ। ਉਹ ਕੰਬੀ ਜਾਏ। ਕਹਿੰਦੇ ਮਹਾਰਾਜ ਮੇਰੇ ਵੀਰ ਜਵਾਬ ਦੇ ਗਏ, ਮੇਰੀਆਂ ਸ਼ਕਤੀਆਂ ਆਪ ਦੇ ਅੱਗੇ ਖਤਮ ਹੋ ਗਈਆਂ। ਠੀਕ ਮੈਂ ਜਿਸ ਤਰ੍ਹਾਂ ਦਾ ਮਰਜ਼ੀ ਹਾਂ ਪਰ ਆਪ ਜੈਸਾ ਨਹੀਂ ਹਾਂ। ਮਹਾਰਾਜ ਮੈਂ ਆਪ ਦਾ ਸਿੱਖ ਬਣਨਾ ਚਾਹੁੰਦਾ, ਕਿਰਪਾ ਕਰੋ। ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਕਹਿੰਦਾ ਜੀ ਮੈਂ ਆਪ ਦਾ ਬੰਦਾ ਹਾਂ, ਆਪ ਦਾ ਗੁਲਾਮ ਹਾਂ, ਮੈਨੂੰ ਬਖਸ਼ ਲਓ ਜੀ। ਮੈਂ ਬਹੁਤ ਵੱਡੀ ਗਲਤੀ ਕੀਤੀ ਹੈ। ਆਪ ਰੱਬ ਦਾ ਰੂਪ ਹੋ। ਤੇ ਫਿਰ ਵੀ ਮਹਾਰਾਜ ਇਹ ਬੇਨਤੀ ਹੈ ਕਿ ਕਿਸੇ ਵੀ ਅਸਥਾਨ ਦੀ ਮਰਜ਼ਾਦਾ ਨੂੰ ਭੰਗ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਕਿਹੜੀ ਮਰਜ਼ਾਦਾ ਤੇਰੀ ਭੰਗ ਕੀਤੀ ਹੋਏ ਆਪਾਂ? ਕਹਿੰਦੇ ਜੀ ਤੁਸੀਂ ਇੱਥੇ ਬੱਕਰਾ ਵੱਢਿਆ। ਕਹਿੰਦੇ ਬੱਕਰਾ ਵੱਢਣ ਨਾਲ ਕੀ ਹੋ ਗਿਆ? ਕਹਿੰਦੇ ਜੀ ਖੂਨ ਨਾਲ ਜਗ੍ਹਾ ਪਵਿੱਤਰ ਹੋ ਗਈ। ਮਹਾਰਾਜ ਕਹਿੰਦੇ ਜਿੱਥੇ ਇੰਨਾ ਖੂਨ ਡੁੱਲਿਆ, ਛੋਟੇ ਛੋਟੇ ਸਾਹਿਬਜ਼ਾਦੇ
ਵਜੀਦੇ ਨੇ ਕਤਲ ਕਰ ਦਿੱਤੇ, ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤੇ। ਕਿੰਨਾ ਉੱਥੇ ਘਾਣ ਹੋ ਰਿਹਾ ਜਨਤਾ ਦਾ। ਉਹਦੇ ਨਾਲ ਧਰਤੀ ਅਪਵਿੱਤਰ ਨਹੀਂ ਹੁੰਦੀ। ਇੱਕ ਬੱਕਰੀ ਨਾਲ ਨੂੰ ਦੁੱਖ ਲੱਗਾ ਹੈ। ਅੱਛਾ ਜੀ, ਸਾਰੀ ਫਿਲਮ ਉਹਦੀ ਅੱਖਾਂ ਦੀ ਅੱਗੋਂ ਦੀ ਲੰਘਾਈ, ਕਿਰਪਾ ਕੀਤੀ ਤੇ ਕਹਿੰਦਾ ਜੀ ਮੈਨੂੰ ਅੰਮ੍ਰਿਤ ਛਕਾਓ, ਸਿੰਘ ਸਜਾਓ। ਉਹ ਵੇਖੋ ਗੁਰੂ ਘਰ ਆਇਆ, ਅੰਮ੍ਰਿਤਧਾਰੀ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ। ਕਿੰਨੀ ਮਹਾਨ ਸੇਵਾ ਉਹਨੇ ਕੀਤੀ। ਆਪਾਂ ਗੁਰੂ ਘਰ ਰਹਿ ਕੇ ਬੇਮੁਖਤਾਈ ਵਾਲੀਆਂ ਬਾਤਾਂ ਮਾਰ ਰਹੇ ਹਾਂ। ਇੰਜ ਬੇਨਤੀ ਕਰੀਏ, ਸਤਿਗੁਰ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਗਹਿ ਚਾਰਣ ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੇਨਤੀ ਕਰਨ ਦਾ ਤਰੀਕਾ ਦੱਸਦੇ ਹਨ ਬਿਲਾਵਲ ਰਾਗ ਵਿੱਚ। ਪ੍ਰਭ ਜਨਮ ਮਰਨ ਨਿਵਾਰ। ਇਹ ਪ੍ਰਭੂ ਜੀ ਮੇਰਾ ਜੰਮਣ ਮਰਨ ਦਾ ਡਰ ਨਿਵਰਤ ਕਰ ਦਿਓ ਜੀ। ਜਿਹੜਾ ਜੰਮਣ ਮਰਨ ਹੈ ਇਹ ਗੁਰੂ ਘਰ ਵਿੱਚ ਹੀ ਨਿਵਰਤ ਹੋ ਸਕਦਾ ਹੈ। ਹਾਰ ਪਰਿਓ ਦੁਆਰ। ਮੈਂ ਸਭ ਪਾਸਿਆਂ ਤੋਂ ਹਾਰ ਕੇ ਤੁਹਾਡੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਸ਼ਰਨ ਵਿੱਚ ਸੰਗਤ ਦੇ ਚਰਨਾਂ ਵਿੱਚ ਆ ਕੇ ਪਿਆ ਹਾਂ ਜੀ। ਆਪ ਦੇ ਗੁਰਦੁਆਰੇ ਸਾਹਿਬ ਆ ਕੇ ਸ਼ਰਨ ਵਿੱਚ ਪਿਆ ਹਾਂ। ਗਹਿ ਚਰਨ ਸਾਧੂ ਸੰਗ। ਇਹ ਪਰਮਾਤਮਾ ਸ੍ਰੇਸ਼ਟ ਮਹਾਤਮਾ ਜਨਾਂ ਦਾ ਸੰਗ ਭਾਵ ਉਹਨਾਂ ਦੀ ਸੰਗਤ ਕਰਕੇ ਮੈਂ ਤੁਹਾਡੇ ਚਰਨ ਪਕੜਾ ਕਰਾਂ ਅਤੇ ਮਨ ਮਿਸ਼ਟ ਹਰ ਹਰ ਰੰਗ। ਇਹ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਤੁਹਾਡਾ ਪ੍ਰੇਮ ਮੇਰੀ ਮਨ ਦੇ ਵਿੱਚ ਮਿੱਠਾ ਲੱਗੇ। ਕਰ ਦਇਆ ਲੇਹੋ ਲੜ ਲਾਏ। हे ਪਰਮਾਤਮਾ ਤੁਸੀਂ ਆਪਣੀ ਦਇਆ ਮਿਹਰ ਕਰਕੇ ਮੈਨੂੰ ਆਪਣੇ ਸ਼ਰਨ ਰੂਪ ਪੱਲੇ ਦੇ ਵਿੱਚ ਲਾ ਲੈਣਾ ਕਰੋ ਜੀ। ਨਾਨਕਾ ਨਾਮ ਧਿਆਏ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਸ ਸ਼ਰਨ ਵਿੱਚ ਅਸੀਂ ਤੇਰਾ ਨਾਮ ਸਿਮਰਨ ਕਰੀਏ। ਦੀਨਾਨਾਥ ਦਇਆਲ। ਇਹ ਮੇਰੇ ਮਾਲਕ ਪਰਮਾਤਮਾ ਜੀ ਤੁਸੀਂ ਪਿੱਛੇ ਵੀ ਗਰੀਬਾਂ ਦੇ ਮਾਲਕ ਅਰ ਦਇਆ ਦੇ ਘਰ ਸੀ ਤੇ ਹੁਣ ਵੀ ਗਰੀਬਾਂ ਦੇ ਮਾਲਕ ਅਤੇ ਦਇਆ ਦੇ ਘਰ ਹੋ ਜੀ। ਮੇਰੇ ਸੁਆਮੀ। ਇਹ ਮੇਰੇ ਮਾਲਕ ਪਰਮਾਤਮਾ ਜੀ ਤੁਸੀਂ ਨਿਮਰਤਾ ਵਾਲਿਆਂ ਦੇ ਸੁਆਮੀ ਹੋ। ਦੀਨਾਨਾਥ ਦਇਆਲ। ਸੋ ਇਹ ਦੀਨਾ ਗਰੀਬਾਂ ਦੇ ਮਾਲਕ ਤੁਸੀਂ ਦਇਆ ਦੇ ਘਰ ਹੋ ਜੀ। ਜਾਚੋ ਸੰਤ ਰਵਾਲ। ਇਹ ਪਰਮਾਤਮਾ ਮੈਂ ਤੇਰੇ ਸ਼ਾਂਤ ਚਿਤ ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਰਹਾਉ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੰਸਾਰ ਵਿਖਿਆ ਕੂਪ। ਇਹ ਜੋ ਸੰਸਾਰ ਸੰਸਿਆਂ ਦਾ ਘਰ ਹੈ ਇਹ ਮਾਇਆ ਵਿਸ਼ਿਆਂ ਦਾ ਖੂਹ ਹੈ। ਤਮ ਅਗਿਆਨ ਮੋਹਤ ਕੂਪ। ਇਸ ਵਿੱਚ ਅਗਿਆਨ ਦਾ ਕੁੱਪ ਹਨੇਰਾ ਹੈ। ਇਹਦੇ ਵਿੱਚ ਜੀਵ ਮੂਰਛਿਤ ਹੋ ਰਿਹਾ ਜਾਂ ਜੀਵਾਂ ਦਾ ਮਨ ਮਾਇਆ ਵਿੱਚ ਮੋਹਿਤ ਹੋ ਰਿਹਾ ਹੈ। ਗਹਿ ਪੂਜਾ ਪ੍ਰਭ ਜੀ ਲੇਹੋ। ਇਹ ਪ੍ਰਭੂ ਜੀ ਮੇਰੀ ਬਿਰਤੀ ਰੂਪ ਬਾਹਾਂ ਪਕੜ ਕੇ ਮੈਨੂੰ ਇਸ ਸੰਸਾਰ ਰੂਪ ਖੂਹ ਵਿੱਚ ਡਿੱਗਣ ਤੋਂ ਬਚਾ ਲਵੋ ਜੀ। ਹਰ ਨਾਮ ਆਪਣਾ ਦੇਹੋ। ਇਹ ਹਰੀ ਪ੍ਰਭੂ ਜੀ ਮੈਨੂੰ ਗੁਰਾਂ ਦੁਆਰਾ ਆਪ ਦਾ ਨਾਮ ਦਾਨ ਦੇਣਾ ਕਰੋ ਜੀ। ਪ੍ਰਭ ਤੁਝ ਬਿਨਾ ਨਹੀਂ ਠਾਓ। हे ਪ੍ਰਭੂ ਜੀ ਤੁਹਾਥੋਂ ਬਿਨਾ ਮੈਨੂੰ ਹੋਰ ਕੋਈ ਥਾਂ ਨਹੀਂ ਹੈ। ਨਾਨਕਾ ਬਲ ਬਲ ਜਾਓ। ਸਤਿਗੁਰੂ ਸਾਹਿਬ ਕਥਨ ਕਰਦੇ ਕਿ ਅਸੀਂ ਤੁਹਾਥੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਣਾ ਕਰਦੇ ਹਾਂ। ਲੋਭ ਮੋਹੇ ਬਾਦੀ ਦੇਹ। ਪਦਾਰਥਾਂ ਦੇ ਜੋੜਨ ਦਾ ਲਾਲਚ ਤੇ ਸੰਬੰਧੀਆਂ ਆਦਿਕ ਦੇ ਮੋਹ ਵਿੱਚ ਇਹ ਜੀਵਾਂ ਦੀ ਦੇਹ ਜਿਹੜੀ ਕਾਇਆ ਹੈ ਬੁੱਧੀ ਹੈ ਇਹ ਬੱਝੀ ਹੋਈ ਹੈ। ਬਿਨ ਭਜਨ ਹੋਵਤ ਖੇਹ। ਪਰ ਤੇਰੇ ਭਜਨ ਸਿਮਰਨ ਤੋਂ ਬਿਨਾਂ ਸਵਾਹ ਰੂਪ ਹੁੰਦੀ ਜਾ ਰਹੀ ਹੈ।
ਭਾਵ ਨਿਸਫਲ ਚਲੀ ਜਾ ਰਹੀ ਹੈ। ਜਮਦੂਤ ਮਹਾ ਭਿਆਨ, ਅੱਗੇ ਪਰਲੋਕ ਵਿੱਚ ਯਮਰਾਜ ਧਰਮਰਾਜ ਦੇ ਸੇਵਕ ਬਹੁਤ ਭਿਆਨਕ ਭੈ ਦਿੰਦੇ ਨੇ, ਬੜੇ ਭਿਆਨਕ ਹਨ। ਚਿਤ ਗੁਪਤ ਕਰਮ ਹੈ ਜਾਨ, ਚਿੱਤਰ ਤੇ ਗੁਪਤ ਇਹ ਦੋ ਵਕੀਲ ਹਨ ਜਿਹੜੇ ਦਿਨ ਅਤੇ ਰਾਤ ਦੇ ਜੀਵਾਂ ਦੇ ਕਰਮਾਂ ਨੂੰ ਨੋਟ ਕਰੀ ਜਾਂਦੇ ਨੇ। ਚਿੱਤਰ ਦਿਨ ਦੇ ਕਰਮਾਂ ਨੂੰ ਨੋਟ ਕਰਦਾ ਤੇ ਗੁਪਤ ਰਾਤ ਨੂੰ। ਇਉਂ ਚਿੱਤਰ ਗੁਪਤ ਜਦ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਟਾਕ। ਇਹ ਸਾਰੇ ਜੀਵ ਦੇ ਕਰਮਾਂ ਨੂੰ ਜਾਣਦੇ ਹਨ। ਜਾਂ ਜਾਣਨਾ ਕਰੋ ਕਿ ਜਿਹੜੇ ਚੰਗੇ ਮੰਦੇ ਰਾਤ ਦਿਨਾਂ ਦੇ ਕਰਮ ਨੇ ਇਹੀ ਚਿੱਤਰ ਗੁਪਤ ਨੇ। ਸਾਡੇ ਬੰਦੇ ਤਾਂ ਝਟਪਟ ਹੀ ਸਭ ਕੁਝ ਕਰ ਦਿੰਦੇ, ਫਿਰ ਉਹ ਮਾਇਆ ਲੈ ਕੇ ਤੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਦਿੰਦੇ। ਉਹ ਬਾਹਰਲੇ ਜੋ ਪੁਲਿਸਮੈਨ ਹਨ ਉਹਨਾਂ ਦੇ ਨਿਯਮ ਹੈ ਵੀ ਲੱਗਦੀ ਵਾਏ ਕਿਸੇ ਨੂੰ ਪਕੜਦੇ ਨੇ, ਉਹਨੂੰ ਆਵਾਜ਼ ਕਰਦੇ ਨੇ ਵੀ ਇਹ ਕਰਦਾ ਕੀ ਹੈ, ਪਿੱਛੇ ਲੱਗ ਜਾਂਦੇ ਨੇ। ਜਿਹਦੀ ਕੋਈ ਖਬਰ ਮਿਲੀ ਹੈ ਉਹਦੇ ਸਬੂਤ ਪਹਿਲਾਂ ਇਕੱਠੇ ਕਰਦੇ ਨੇ ਦਿਨ ਅਤੇ ਰਾਤ। ਜਦੋਂ ਕਾਫੀ ਮੋਟੀ ਡੈਰੀ ਹੋ ਜਾਏ ਫਿਰ ਉਹਨੂੰ ਪਕੜਦੇ ਵੀ ਪੁੱਤ ਹੁਣ ਦੱਸ, ਪੱਕੇ ਪੈਰੀਂ। ਤੋ ਇੰਜ ਜਿਹੜੇ ਚਿੱਤਰ ਦੇ ਗੁਪਤ ਨੇ ਬੰਦੇ ਨੂੰ ਆਵਾਜ਼ ਤਾਂ ਕਰਦੇ ਨੇ ਪਰ ਕਹਿੰਦੇ ਕੁਛ ਨਹੀਂ। ਪਰਮਾਤਮਾ ਵੀ ਹਰੇਕ ਨੂੰ ਸਮਾਂ ਦਿੰਦਾ ਹੈ। ਜਿੰਨਾ ਸਮਾਂ ਮਿਲਿਆ ਹੈ ਉਹਨਾਂ ਇਨਸਾਨ ਨੇ ਭੋਗਣਾ ਤਾਂ ਹੈ। ਇਹਨੂੰ ਖੁੱਲ੍ਹੀ ਛੁੱਟੀ ਆ ਵੀ ਜੋ ਮਰਜ਼ੀ ਕਰ ਨਾ ਕਰ। ਗੁਰੂ ਸਾਹਿਬ ਨੇ ਤਾਈਓ ਸਮਝਾਇਆ ਕਿ ਵੇਲੇ ਸਿਰ ਸਮਝ ਆ ਜਾਏ ਤੇ ਅਸੀਂ ਔਖੇ ਨਾ ਹੋਈਏ ਲੇਖਾ ਦੇਣ ਵੇਲੇ। ਤੋ ਇਸ ਲਈ ਉਹ ਸਾਰੀ ਸਾਡੀ ਡਾਇਰੀ ਨੋਟ ਕੀਤੀ ਜਾ ਰਹੀ ਹੈ, ਭਾਵੇਂ ਕਿ ਆਪਾਂ ਨੂੰ ਕੋਈ ਖਬਰ ਨਹੀਂ ਹੈ। ਕਈਆਂ ਲਿਖ ਕੇ ਲਾਇਆ ਹੁੰਦਾ ਕਿ ਤੁਸੀਂ ਕੈਮਰੇ ਦੀ ਅਧੀਨ ਹੋ ਤਾਂ ਕਿ ਬੰਦਾ ਡਰ ਜਾਏ। ਕਈ ਗੁਪਤ ਕੈਮਰੇ ਨੂੰ ਪਤਾ ਹੀ ਨਹੀਂ ਲੱਗਦਾ। ਤੋ ਇੰਜ ਰੱਬ ਦੇ ਇਹੋ ਜਿਹੇ ਕੈਮਰੇ ਫਿੱਟ ਹਨ, ਸਾਨੂੰ ਨਹੀਂ ਪਤਾ ਪਰ ਉਹਨੂੰ ਸਾਰੀ ਫਿਲਮ ਦਿਖ ਰਹੀ ਹੈ ਵੀ ਅਸੀਂ ਕੀ ਕਰ ਰਹੇ ਹਾਂ। ਰਾਤ ਨੂੰ ਗੁਪਤ ਤੇ ਦਿਨੇ ਚਿੱਤਰ, ਇਹ ਸਿਰ ਦੇ ਉੱਪਰ ਦੋਵੇਂ ਮੋਢਿਆਂ 'ਤੇ ਖੜੇ ਹੋਏ ਸਾਰੀ ਡਾਇਰੀ ਨੋਟ ਕਰ ਰਹੇ ਨੇ। ਤੋ ਜਿਸ ਵਕਤ ਜੀਵਾਤਮਾ ਪਰਲੋਕ ਦੇ ਵਿੱਚ ਧਰਮਰਾਜ ਦੀ ਕਚਹਿਰੀ 'ਚ ਹਾਜ਼ਰ ਹੋਏਗੀ ਉੱਥੇ LCD 'ਤੇ ਸਾਰੀ ਫਿਲਮ ਲੱਗੀ ਹੋਊਗੀ। ਪੁੱਤ ਵੇਖ ਲਾ, ਬੰਦਾ ਮੁੱਕਰ ਹੀ ਨਹੀਂ ਸਕਦਾ। ਵੱਡੇ ਗ੍ਰੰਥ ਉੱਥੇ ਪਏ ਹੋਣਗੇ, ਲੇਖੇ ਵਾਲੇ ਰਜਿਸਟਰ, ਜੋ ਜੋ ਕੀਤਾ ਸਭ ਕੁਝ ਉਹਦੇ ਦਰਜ ਹੋਏਗਾ। ਤੋ ਇਸ ਲਈ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜੀ ਮਥਨ ਮਧਾਣੀਆਂ ਤੇ ਉਹ ਮਥੇ ਰਮ ਰਹੇ। ਲੇਖਾ ਲੇਵੈ ਤਿਲ ਜਿਉਂ ਪੀੜੀ, ਜਿਵੇਂ ਤਿਲ ਪੀੜੀ ਦੇ ਨੇ ਕੋਲੂ ਦੇ ਵਿੱਚ, ਇਸ ਤਰ੍ਹਾਂ ਰੱਬ ਲੇਖਾ ਲੈਣ ਲੱਗਾ। ਜੀਵ ਆਤਮਾ ਨੂੰ ਪੀੜ ਸੁੱਟਦਾ ਹੈ। ਇਹ ਸਾਰੇ ਕਰਮਾਂ ਨੂੰ ਸਾਡਿਆਂ ਨੂੰ ਜਾਣਦੇ ਨੇ ਚਿੱਤਰ ਤੇ ਗੁਪਤ। ਜਾਂ ਤੁਸੀਂ ਇਹ ਗੱਲ ਸਮਝ ਲਓ ਕਿ ਚੰਗੇ ਮੰਦੇ ਰਾਤ ਦਿਨ ਦੇ ਕਰਮ ਇਹ ਚਿੱਤਰ ਗੁਪਤ ਦੀ ਸਾਰੀ ਜਾਣਕਾਰੀ 'ਚ ਹਨ। ਤੇ ਜਿਸ ਦਿਨ ਫੜੇ ਗਏ ਉਸ ਦਿਨ ਫਿਰ ਛੁੱਟਿਆ ਨਹੀਂ ਜਾਣਾ ਹੈ। ਦਿਨ ਰੈਣ ਸਾਖ ਸੁਨਾਏ, ਦਿਨ ਤੇ ਰਾਤ ਦੋਵੇਂ ਉਗਾਈ ਸੁਣਾ ਰਹੇ ਹਨ। ਨਾਨਕਾ ਹਰ ਸਰਣਾਏ, ਕਿ ਜੀਵ ਦੀ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ ਹੈ। ਇਸ ਲਈ ਮਹਾਰਾਜ ਕਥਨ ਕਰਦੇ ਨੇ ਕਿ ਹੇ ਪ੍ਰਮਾਤਮਾ, ਅਸੀਂ ਤੇਰੀ ਓਟ ਦੇ ਵਿੱਚ ਪਏ ਹਾਂ, ਇੰਜ ਬੇਨਤੀਆਂ ਕਰੋ ਤੇ ਓਟ ਵਿੱਚ ਪੈ ਜਾਓ। ਭੈ ਭੰਜਨਾ ਮੁਰਾਰ, ਇਹ ਮੁਰਦੈਂਦ ਨੂੰ ਮਾਰਨ ਵਾਲੇ ਮੁਰਾਰੀ ਪ੍ਰਭੂ, ਤੂੰ ਸਾਰੇ ਡਰਾਂ ਨੂੰ ਨਾਸ਼ ਕਰਨ ਵਾਲਾ ਹੈ। ਕਰ ਦਇਆ ਪਾਤਿਤ ਉਦਾਰ, ਆਪਦੀ ਦਇਆ ਮਿਹਰ ਕਰ, ਸਾਨੂੰ ਪਾਪੀਆਂ ਨੂੰ ਤਾਰਨਾ ਕਰ ਜੀ। ਮੇਰੇ ਦੁਖ ਗਨੇ ਨਾ ਜਾਹੇ, ਜਿਹੜੇ ਮੇਰੇ ਵਿੱਚ ਦੋਸ਼ ਹਨ ਜਾਂ ਜਿਹੜੇ ਮੇਰੇ ਐਬ ਨੇ ਉਹ ਗਿਣੇ ਨਹੀਂ ਜਾ ਸਕਦੇ। ਹਮਰੇ ਅਵਗਣ ਬਹੁਤ ਬਹੁਤ ਹੈ, ਬਹੁ ਬਾਰ ਬਾਰ ਹਰ ਗਣਤ ਨ ਆਵੇ। ਗੁਣਮੰਤਾ ਹਰ ਹਰ ਦਇਆਲ, ਹਰ ਆਪੇ ਬਖਸ਼ ਲਹਿ ਹਰ ਭਾਵੈ। ਹਰ ਬਿਨਾ ਕਤਹਿ ਸਮਾਹੇ, ਇਹ ਹਰੀ ਪ੍ਰਭੂ ਤੇਰੇ ਤੋਂ ਬਿਨਾਂ ਕਿੱਥੇ ਸਮਾਉਣਾ ਹੈ। ਸਾਡੀ ਸਮਾਈਓ ਹੀ ਨਹੀਂ ਹੈ।
ਤੂੰ ਹੀ ਇਗਨੋਰ ਕਰ ਦਿੰਦਾ ਹੈ ਸਾਡੀਆਂ ਗਲਤੀਆਂ ਵੇਖ ਕੇ। ਬੱਚੇ ਜਿੰਨੀਆਂ ਗਲਤੀਆਂ ਕਰਦੇ ਨੇ, ਜੇ ਕਿਤੇ ਹੋਰ ਕਰਨ ਤੇ ਇੱਕ ਸਕਿੰਟ ਬੰਦਾ ਨਹੀਂ ਟਿਕ ਕੇ ਰਹਿ ਸਕਦਾ, ਜੁੱਤੀ ਲਾ ਕੇ ਭੱਜਣਾ ਪਏਗਾ। ਕਿਉਂਕਿ ਮਾਂ ਪਿਓ ਜਿੰਨਾ ਕੋਈ ਦਿਆਲੂ ਗਲਤੀਆਂ ਮਾਫ ਨਹੀਂ ਕਰ ਸਕਦਾ। ਤੋ ਇੰਜ ਮਹਾਰਾਜ ਭਾਵੇਂ ਸਭ ਕੁਝ ਜਾਣਦੇ ਨੇ ਸਾਡੇ ਬਾਰੇ, ਪਰ ਉਹ ਫਿਰ ਵੀ ਮਾਫ ਕਰੀ ਜਾ ਰਹੇ ਨੇ। ਤੇਥੋਂ ਬਗੈਰ ਸਾਡੀ ਸਮਾਈ ਨਹੀਂ ਹੈ, ਸਮਾਹੜਾ ਆਨੰਦ ਨਹੀਂ ਹੁੰਦਾ ਹੈ। ਗਹਿ ਓਟ ਚਿਤਵੀ ਨਾਥ, ਇਹ ਮਾਲਕ ਪਰਮਾਤਮਾ, ਅਸੀਂ ਮਨ ਕਰਕੇ ਵੀ ਤੇਰੀ ਚਿਤਵਨੀ ਕਰਦੇ ਹਾਂ, ਔਰ ਸਰੀਰ ਕਰਕੇ ਵੀ ਤੇਰੀ ਹੀ ਓਟ ਟੇਕ ਗ੍ਰਹਿਣ ਅਸਾਂ ਨੇ ਕੀਤੀ ਹੈ। ਨਾਨਕਾ ਦੇ ਰੱਖ ਹਾਥ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਇਹ ਪ੍ਰਮਾਤਮਾ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਸਾਨੂੰ ਰੱਖਣਾ ਕਰ। ਹਰ ਗੁਣ ਨਿਦੇ ਗੋਪਾਲ, ਗੋ ਨਾਮ ਹੈ ਪ੍ਰਿਥਵੀ ਦਾ, ਪਾਲ ਨਾਮ ਹੈ ਪਾਲਣਾ ਕਰਨ ਵਾਲਾ। ਪ੍ਰਿਥਵੀ ਦੇ ਉੱਪਰ ਰਹਿਣ ਵਾਲੇ ਜੀਵਾਂ ਦਾ ਪਾਲਕ ਹੀ ਪ੍ਰਮਾਤਮਾ। ਤੂੰ ਗੁਣਾਂ ਦਾ ਸਮੁੰਦਰ ਹੈ, ਖਜ਼ਾਨਾ ਹੈ। ਤੇਰੇ ਕਮਣ ਕਮਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰੂ ਜੀ ਭਗਵਾਨ। ਸਰਬ ਘਟ ਪ੍ਰਿਤਪਾਲ, ਸੋ ਸਾਰੇ ਘਟਾਂ ਦੇ ਵਿੱਚ ਤੂੰ ਜੀਵਾਂ ਦੀ ਪ੍ਰਤਪਾਲ ਪਾਲਣਾ ਕਰ ਰਿਹਾ ਹੈ। ਮਨ ਪ੍ਰੀਤ ਦਰਸ਼ਨ ਪਿਆਸ, ਹੇ ਪ੍ਰਮਾਤਮਾ, ਸਾਡੇ ਮਨ ਹਿਰਦੇ 'ਚ ਤੇਰੇ ਦਰਸ਼ਨਾਂ ਦੀ ਪ੍ਰੀਤੀ ਰੂਪ ਪਿਆਸ ਤ੍ਰੇ ਲੱਗੀ ਹੋਈ ਹੈ। ਗੋਬਿੰਦ ਪੂਰਨ ਆਸ, ਹੇ ਗੋਬਿੰਦ ਪ੍ਰਿਥਵੀ ਦੀ ਰੱਖਿਅਕ ਪ੍ਰਮਾਤਮਾ, ਪ੍ਰਿਥਵੀ 'ਤੇ ਰਹਿਣ ਵਾਲੇ ਜੀਵਾਂ ਦੀ ਰੱਖਿਆ ਕਰਨ ਵਾਲੇ ਵਾਹਿਗੁਰੂ, ਸਾਡੀ ਇਹ ਉਮੀਦ ਇੱਛਾ ਪੂਰੀ ਕਰ ਕਿ ਸਾਨੂੰ ਜਿਉਂਦੇ ਜੀ ਆਪ ਦੇ ਦਰਸ਼ਨ ਬਖਸ਼ ਦੇ। ਧੰਨ ਬਾਬਾ ਫਰੀਦ ਸਾਹਿਬ ਜੀ, ਪਾਕਪਟਨ ਸ਼ਹਿਰ ਦੇ ਬਾਹਰ-ਬਾਹਰ ਇੱਕ ਖੂਹ ਹੈ ਬਾਬਾ ਜੀ ਦੀ ਯਾਦ ਵਿੱਚ, ਅਤੇ ਉੱਥੇ ਦਰਖਤ ਦੇ ਨੀਚੇ ਬਾਬਾ ਜੀ ਤਪ ਕਰਿਆ ਕਰਦੇ। ਖੂਹ 'ਚ ਲਮਕ ਕੇ ਵੀ ਤਪ ਕੀਤਾ 12 ਸਾਲ, ਫਿਰ ਬਾਹਰ ਬੈਠ ਕੇ ਤਪ ਕੀਤਾ। ਸਾਧ ਸੰਗਤ ਜੀਓ, ਉੱਥੇ ਹੀ ਕਾਮਾਂ ਨੇ ਠੂੰਗੇ ਮਾਰੇ ਸੀਗੇ। ਕਾਗਾ ਕਰੰਗਟ ਢੋਲਿਆ, ਸਗਲਾ ਖਾਇਆ ਮਾਸ, ਸਾਰਾ ਮਾਸ ਚੂੰਡ ਚੂੰਡ ਕੇ ਕਾਮਾਂ ਨੇ ਖਾ ਲਿਆ। ਕਾਗਾ ਚੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਹੇ, ਜਿੱਦ ਪਿੰਜਰਾ ਮੇਰਾ 100 ਵਸੈ, ਮਾਸ ਨਾ ਤਿੱਦੂ ਖਾਹੇ। ਸਾਰਾ ਮਾਸ ਖਾ ਗਏ, ਪਿੰਜਰ ਰਹਿ ਗਿਆ। ਤੇ ਤਲੀਆਂ ਖੁੰਡੇ ਕਾਗ, ਅਜੈ ਸੋ ਰੱਬ ਨਾ ਬਹੁੜਿਓ, ਦੇਖ ਬੰਦੇ ਕੇ ਭਾਗ। ਫਿਰ ਵੀ ਬੰਦੇ ਦੇ ਭਾਗਾਂ ਨੂੰ ਹੀ ਕੋਸਿਆ, ਰੱਬ ਨੂੰ ਮਾੜਾ ਨਹੀਂ ਆਖਿਆ ਕਿ ਰੱਬ ਬੜਾ ਮਾੜਾ ਜੀ। ਵੇਖੋ ਕਿੰਨਾ ਚਿਰ ਹੋ ਗਿਆ ਤਰਲੇ ਮਾਰਦਿਆਂ, ਦਰਸ਼ਨ ਹੀ ਨਹੀਂ ਦਿੱਤੇ। ਆਪ ਦੇ ਭਾਗਾਂ ਨੂੰ ਕੋਸਿਆ ਵੀ ਮੇਰੇ ਕਰਮ ਮਾੜੇ ਨੇ। ਇਹ ਨਿਮਰਤਾ ਜਨਾਈ ਹੈ ਤੇ ਆਸ ਨਹੀਂ ਛੱਡੀ। ਕਹਿੰਦੇ ਇਹ ਦੋਏ ਨਾ ਮਤ ਛੋਹ, ਕਾਗਾ ਕਰੰਗਟ ਢੋਲਿਆ, ਸਗਲਾ ਖਾਇਆ ਮਾਸ। ਇਹ ਦੋਏ ਨਾ ਮਤ ਛੋਹ, ਫਿਰ ਦੇਖਣ ਕੀ ਆਸ। ਇਹ ਕਾਮੋ, ਮੇਰੀਆਂ ਅੱਖਾਂ ਨੂੰ ਨਾ ਛੂਹੋ, ਇਹ ਤਾਂ ਰਹਿਣ ਦਿਓ ਕਿਰਪਾ ਕਰਕੇ। ਉਹਨਾਂ ਚਮਕੀਲੀ ਚੀਜ਼ ਵੇਖ ਕੇ ਅੱਖਾਂ ਨੂੰ ਵੀ ਠੂੰਗ ਦਿੱਤਾ ਸੀਗਾ, ਤੇ ਵਿੱਚੋਂ ਖੂਨ ਵਗਣ ਲੱਗ ਪਿਆ। ਬਾਬਾ ਜੀ ਕਹਿੰਦੇ ਰਹਿਣ ਦਿਓ ਰੱਬ ਨੂੰ ਭਾਈ, ਇਹਨਾਂ ਨਾਲ ਤਾਂ ਮੈਂ ਜੇ ਆਪਦੇ ਰੱਬ ਦੇ ਦਰਸ਼ਨ ਕਰਨੇ ਨੇ, ਮੇਰੀ ਸਾਰੀ ਉਮਰ ਦਾਪ ਕਰਦਿਆਂ ਬੰਦਗੀ ਕਰਦਿਆਂ ਲੰਘ ਗਈ। ਜੇ ਹੁਣੇ ਰੱਬ ਆ ਗਿਆ ਤਾਂ ਮੈਂ ਦਰਸ਼ਨ ਕਿਵੇਂ ਕਰੂੰਗਾ? ਮੇਰੀਆਂ ਅੱਖਾਂ ਤਾਂ ਰਹਿਣ ਦਿਓ। ਕਿਉਂ? ਦਰਸ਼ਨ ਦੀ ਆਸਾ ਵੇਖੋ ਫਿਰ ਵੀ ਨਹੀਂ ਛੱਡੀ। ਆਪਾਂ 1 ਮਿੰਟ 'ਚ ਘਬਰਾ ਜਾਂਦੇ ਹਾਂ। ਮਹਾਰਾਜ ਗੱਲ ਨਾ ਮੰਨੇ, ਸਾਡੀ ਅਰਦਾਸ ਪੂਰੀ ਨਾ ਹੋਵੇ ਤੇ ਆਪਾਂ ਬੇਮੁਖਤਾਈ ਵਾਲੇ ਬਚਨ ਸ਼ੁਰੂ ਕਰ ਦਿੰਦੇ ਹਾਂ। ਜੇ ਤਾਂ ਰੱਬ ਦਿੰਦਾ ਰਹੇ ਫਿਰ ਤਾਂ ਵਾਹ ਵਾਹ, ਤੇ ਜੇ ਕੋਈ ਅਰਦਾਸ ਨਹੀਂ ਪੂਰੀ ਹੋਈ ਤੇ ਫਿਰ ਤੂੰ ਕੌਣ ਮੈਂ ਕੌਣ, ਬੇਮੁਖ ਹੋ ਜਾਣਾ। ਮਹਾਰਾਜ ਵੇਖੋ ਬਾਬੇ ਫਰੀਦ ਸਾਹਿਬ ਦੀ ਉਦਾਹਰਨ ਦੇ ਰਹੇ ਨੇ, ਧਰੂ ਤੇ ਪ੍ਰਹਿਲਾਦ ਦਾ ਨਿਸ਼ਚਾ ਦਿਖਾ ਰਹੇ ਨੇ ਕਿ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਭ ਤੋਂ ਪਹਿਲਾਂ ਜਦੋਂ ਕੁਛ ਵੀ ਨਹੀਂ ਸੀ ਪੜ੍ਹਿਆ, ਇੱਕ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਇੱਕ ਭਗਤ ਬਾਣੀ ਮੈਂ ਆਪਦੀ ਮਾਂ ਕੋਲੋਂ ਪੜ੍ਹੀ, ਤੇ ਨਾਲੇ ਭਗਤ ਮਾਲ ਗ੍ਰੰਥ ਪੜ੍ਹਿਆ। ਤੇ ਭਗਤ ਮਾਲ ਜਾਂ ਭਗਤ ਬਾਣੀ ਦਾ ਇਹ ਲਾਭ ਹੁੰਦਾ ਹੈ ਕਿ ਜੇ ਸੰਤਾਂ ਭਗਤਾਂ ਦੀਆਂ ਸਾਖੀਆਂ, ਕਈ ਗੁਰਮੁਖ ਪਿਆਰੇ
ਇਸ ਗੱਲ ਦੇ ਵਿਰੋਧੀ ਹਨ ਕਿ ਗੁਰਬਾਣੀ ਵਿੱਚ ਸਾਖੀ ਦਾ ਜ਼ਿਕਰ ਨਾ ਹੋਵੇ। ਪਰ ਗੁਰਬਾਣੀ ਨੂੰ ਦ੍ਰਿੜ ਕਰਨ ਵਾਸਤੇ ਸਾਡਾ ਭਰੋਸਾ ਬਣ ਜਾਏ, ਭਗਤਾਂ ਦੀਆਂ ਸਾਖੀਆਂ ਲਾਜ਼ਮੀ ਹੋਣੀਆਂ ਚਾਹੀਦੀਆਂ। ਸਤਿਗੁਰੂ ਜੀ ਨੇ ਭਗਤ ਬਾਣੀ ਦਰਜ ਕੀਤੀ ਹੈ, ਕਿਤੇ ਪੜ੍ਹ ਕੇ ਵੇਖਿਓ। ਬਿਨਾਂ ਹੀ ਚਾਹ ਤੋਂ, ਬਿਨਾਂ ਹੀ ਨਸ਼ੇ ਤੋਂ ਨਸ਼ਾ ਖਿੜਦਾ, ਅੱਖਾਂ ਖੁੱਲ੍ਹਦੀਆਂ। ਆਪਾਂ ਕਿੱਥੇ ਤੁਰੇ ਫਿਰਦੇ ਹਾਂ? ਵੇਖੋ ਸੰਤਾਂ ਭਗਤਾਂ ਦੀ ਕਿੱਡੀ ਕਿੱਡੀ ਵੱਡੀ ਕਮਾਈ ਹੈ। ਕਿਵੇਂ ਗੁਰੂ ਸਾਹਿਬ ਤੇ ਉਹਨਾਂ ਦਾ ਭਰੋਸਾ ਬੱਝਾ, ਕਿਵੇਂ ਨਿਸ਼ਚਾ ਰੱਖਿਆ, ਕਿਵੇਂ ਮਹਾਰਾਜ ਨੇ ਉਹਨਾਂ ਨੂੰ ਦਰਸ਼ਨ ਬਖਸ਼ੇ। ਸੂਰਦਾਸ ਭਗਤ ਨੇ ਆਪਦੇ ਹੱਥੀਂ ਅੱਖਾਂ 'ਚ ਸਲਾਈਆਂ ਫੇਰਤੀਆਂ ਵੀ ਜਿਹੜੀਆਂ ਅੱਖਾਂ ਵਿਗਾੜ ਕਰਦੀਆਂ ਨੇ, ਮੈਂ ਮਹਾਰਾਜ ਤੋਂ ਬਗੈਰ ਕਿਸੇ ਨੂੰ ਵੇਖਣਾ ਹੀ ਨਹੀਂ। ਜਦ ਰੱਬ ਜੀ ਦੇ ਦਰਸ਼ਨ ਹੋਏ, ਕਹਿੰਦੇ ਦੱਸੋ ਕੀ ਚਾਹੀਦਾ? ਕਹਿੰਦੇ ਅੱਖਾਂ ਖੋਲ੍ਹ ਦਿਓ, ਤੁਹਾਡੇ ਦਰਸ਼ਨ ਕਰਨੇ ਨੇ। ਕਹਿੰਦੇ ਫਿਰ ਖੋਲ੍ਹ। ਵਾਹਿਗੁਰੂ ਕਹਿ ਕੇ ਖੁੱਲ੍ਹ ਗਈਆਂ। ਤੇ ਫਿਰ ਮਹਾਰਾਜ ਜਾਣ ਲੱਗੇ, ਕਹਿੰਦੇ 1 ਮਿੰਟ 2 ਗੱਲ ਸੁਣ ਜਿਓ। ਕਹਿੰਦੇ ਦੱਸੋ? ਕਹਿੰਦੇ ਅੱਖਾਂ ਬੰਦ ਕਰ ਜਾਓ। ਕਹਿੰਦੇ ਹੈ ਲੋਕ ਤਾਂ ਨਿਗਾਹ ਮੰਗਦੇ ਨੇ। ਕਹਿੰਦੇ ਨਹੀਂ ਮਹਾਰਾਜ, ਤੈਨੂੰ ਵੇਖ ਲਿਆ ਤੇ ਇੱਥੋਂ ਸਵਾਏ ਮੈਂ ਕਿਸੇ ਹੋਰ ਨੂੰ ਨਾ ਵੇਖਾਂ, ਮੇਰਾ ਮਨ ਕਿਤੇ ਭਟਕ ਨਾ ਜਾਏ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਦੇ ਖਾਲ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾਂ ਸਮਾਲ। ਸਾਡਾ ਸੁਭਾਅ ਕੀ ਹੈ? TV ਵੇਖੀ ਜਾਣਾ, ਮੋਬਾਈਲ 'ਤੇ ਉਂਗਲਾਂ ਘੁਮਾਈ ਜਾਣੀ। ਗੁਰਦੁਆਰੇ ਆ ਕੇ ਵੀ ਰੱਬ ਨੇ ਕਿਰਪਾ ਕੀਤੀ ਹੈ। ਗੁਟਕੀ ਸਾਹਿਬ ਤੋਂ ਬਾਣੀ ਪੜ੍ਹੋ ਭਾਈ। ਪੋਥੀ ਸਾਹਿਬ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ ਆਪਾਂ। ਜਿੱਥੇ ਆ ਕੇ ਵੀ WhatsApp ਤੇ Facebook 'ਤੇ ਲੱਗੇ ਰਹੇ, ਕੋਈ ਫਾਇਦਾ ਨਹੀਂ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਸਾਡੇ ਮਨ ਦੇ ਵਿੱਚ ਐਸੀ ਤਾਂਘ ਤੇ ਤੜਪ ਪੈਦਾ ਹੋਈ ਜੈਸੀ ਬਾਬੇ ਫਰੀਦ ਦੀ ਸੀ। 48 ਸਾਲ 12 ਚੌਕ 48 ਸਾਲ ਉਹਨਾਂ ਨੇ ਤਪ ਕੀਤਾ, ਬੰਦਗੀ ਕੀਤੀ। ਭਗਤ ਮਾਲ ਗ੍ਰੰਥ ਕਿਤੇ ਤੁਹਾਨੂੰ ਮਿਲਿਆ, ਜ਼ਰੂਰ ਪੜ੍ਹਿਓ। ਭਗਤ ਬਾਣੀ, ਬਾਬੇ ਫਰੀਦ ਸਾਹਿਬ ਦੇ ਸਲੋਕ, ਕਬੀਰ ਸਾਹਿਬ ਦੇ ਸਲੋਕ। ਅੱਜ ਕੱਲ੍ਹ ਤਾਂ ਨੈੱਟ ਦੇ ਉੱਪਰ ਸਭ ਕੁਛ ਅਵੇਲੇਬਲ ਹੈ। ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੰਤ, ਉਹਨਾਂ ਦੀ ਕਥਾ ਇੱਕ ਵਾਰ ਬੰਦਾ ਸੁਣ ਲਏ ਤਾਂ ਸਾਹਮਣੇ ਲਿਆ ਕੇ ਕਬੀਰ ਤੇ ਫਰੀਦ ਨੂੰ ਖੜਾ ਕਰ ਦਿੰਦੇ, ਦਰਸ਼ਨ ਕਰਾ ਦਿੰਦੇ। ਇੰਨੀ ਕਮਾਲ ਦੀ ਉਹਨਾਂ ਦੀ ਕਥਾ। ਭੱਟਾਂ ਦੇ ਸਵਈਆਂ ਦੀ ਦੇਖੋ ਕਿੰਨੀ ਸ਼ਰਧਾ ਉਹਨਾਂ ਭੱਟਾਂ ਦੀ। ਉਹ ਹਿੰਦੂ ਬ੍ਰਾਹਮਣ ਸੀਗੇ, ਕਿੱਥੋਂ ਚੱਲੇ ਤੇ ਕਿੱਥੇ ਪਹੁੰਚੇ। ਤੇ ਅਸੀਂ ਗੁਰੂ ਘਰ ਰਹਿ ਕੇ ਵੇਖੋ ਬੇਮੁਖ ਹੋ ਰਹੇ ਹਾਂ। ਸਾਨੂੰ ਸੋਚਣਾ ਪਊਗਾ। ਇਹ ਗੁਰੂ ਸਾਹਿਬ ਜੀ, ਹੇ ਵਾਹਿਗੁਰੂ ਜੀ, ਮਨਪ੍ਰੀਤ ਦਰਸ਼ਨ ਪਿਆਸ, ਸਾਡੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪ੍ਰੀਤੀ ਤ੍ਰੇ ਲੱਗੀ ਹੋਈ ਹੈ। ਗੋਬਿੰਦ ਪੂਰਨ ਆਸ, ਇਹ ਸਾਡੀ ਆਸ ਉਮੀਦ ਪੂਰੀ ਕਰੋ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਚੀਜ਼ ਪ੍ਰਾਪਤ ਨਾ ਹੋਵੇ, ਆਸ ਤੇ ਉਮੀਦ ਤਾਂ ਉਹਦੀ ਹੁੰਦੀ ਹੈ। ਹੁਣ ਬੈਠੇ ਤਾਂ ਆਪਾਂ ਮਹਾਰਾਜ ਦੇ ਚਰਨਾਂ 'ਚ ਆ। ਜੇ ਸੱਚਮੁੱਚ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਰੱਬ ਦਾ ਰੂਪ ਮੰਨਦੇ ਆ, ਬਾਹੂ ਬਾਣੀ ਨਿਰੰਕਾਰ ਹੈ, ਫਿਰ ਕਿਹਦੀ ਆਸਾ ਕਰ ਰਹੇ ਹਾਂ ਦਰਸ਼ਨਾਂ ਦੀ? ਦੱਸੋ। ਦਰਸ਼ਨ ਤਾਂ ਕਰ ਰਹੇ ਹਾਂ। ਦਰਸ਼ਨ ਪਿਆਸੀ ਦਿਨ ਸਰਾਤ, ਚਿਤੂ ਅੰਦਰ ਨੀਤੀ, ਸਵਾਲ ਹੀ ਨਹੀਂ ਬਣਦਾ। ਪਰ ਅਸੀਂ ਅੱਠੇ ਪੈਰ ਮਹਾਰਾਜ ਦੇ ਚਰਨਾਂ 'ਚ ਨਹੀਂ ਬਹਿ ਰਹੇ, ਬਹਿ ਸਕਦੇ। ਇਹਦਾ ਉੱਤਰ ਇਹ ਹੈ ਕਿ ਜਿਵੇਂ ਅੱਖਾਂ ਨਾਲ ਤੇਰੇ ਦਰਸ਼ਨ ਕੀਤੇ ਨੇ, ਐਸੇ ਦਰਸ਼ਨ ਅੱਠੇ ਪੈਰ ਸਾਡੇ ਹਿਰਦੇ 'ਚ ਵਸ ਜਾਣ ਤੇ ਅਸੀਂ ਅੱਠੇ ਪੈਰ ਆਪਦੇ ਸ਼ਬਦ ਦਾ, ਆਪਦੀ ਬਾਣੀ ਦਾ ਆਨੰਦ ਮਾਣਦੇ ਰਹੀਏ। ਤੇ ਜਿਹੜੇ ਬਾਣੀ ਦੇ ਨਾਮ ਦੇ ਦਰਸ਼ਨ ਹਨ, ਇਹੀ ਦਰਸ਼ਨ ਹਨ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨ, ਜੀ ਕੇ ਦਾਤੇ ਪ੍ਰੀਤ ਪ੍ਰਭ ਮੇਰੇ। ਮਨ ਜੀਵੈ ਪ੍ਰਭ ਨਾਮ ਚ ਤੇਰੇ, ਗਾਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਹੀ ਦਰਸ਼ਨ ਹੈ। ਬਸ ਮੇਰੇ ਪਿਆਰਿਆ, ਬਸ ਮੇਰੇ ਗੋਬਿੰਦ, ਹਰ ਕਰ ਕਿਰਪਾ ਮਨ ਵਸ ਜੀਓ, ਇਹ ਮੇਰੀ ਆਸਾ ਹੈ ਜੀ। ਇੱਕ ਨਿਮਖ ਰਹਿਣ ਨਾ ਜਾਏ, ਇਹ ਕਿਰਪਾ ਕਰਕੇ ਪੂਰੀ ਕਰੋ। ਇੱਕ ਨਿਮਖ ਮਾਤਰ ਵੀ ਅੱਖ ਦੇ ਝਮਕਣ ਜਿਹਨੇ ਸਮੇਂ ਦੇ ਵਿੱਚ ਵੀ ਸਾਥੋਂ ਤੇਰੇ ਦਰਸ਼ਨਾਂ ਤੋਂ ਬਗੈਰ ਰਿਹਾ ਨਹੀਂ ਜਾਂਦਾ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੈ ਸਾਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਜੀ ਮਹਾਰਾਜ ਸਾਡੇ ਤੇ ਕਿਰਪਾ ਕਰੋ ਜੀ। ਵੱਡ ਭਾਗ ਨਾਨਕ ਪਾਏ, ਵੱਡੇ ਭਾਗਾਂ ਵਾਲੇ ਹੀ ਪ੍ਰਮਾਤਮਾ ਤੇਰੇ ਦਰਸ਼ਨ ਪਾਉਣਾ ਕਰਦੇ ਨੇ, ਜਾਂ ਵੱਡੇ ਭਾਗਾਂ ਨਾਲ ਅਸੀਂ ਤੇਰੇ ਦਰਸ਼ਨ ਪਾ ਲਏ।
ਭਾਗ ਹੋਆ ਗੁਰ ਸੰਤ ਮਿਲਾਇਆ। ਇਹ ਸ਼ਬਦ ਹਜ਼ਾਰਿਆਂ ਦੇ 4 ਪਦਿਆਂ ਵਾਲਾ ਸ਼ਬਦ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਭੋਲੀ ਜੀਓ ਭੋਲ ਘੁਮਾਏ ਤੇ ਸੱਚੇ ਗੁਰ ਦਰਬਾਰੇ ਜੀਓ। ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਨ ਵਿਛੜਨ, ਜਾਂ ਨਾਨਕ ਦਾਸ ਤੁਮਾਰੇ ਜੀਓ, ਹਉ ਕੋਲੀ ਜੀਓ ਕੋਲ ਘੁਮਾਈ, ਜਾਂ ਨਾਨਕ ਦਾਸ ਤੁਮਾਰੇ ਜੀਓ। ਭਾਗਾਂ ਵਾਲੇ ਹੀ ਦਰਸ਼ਨ ਪਾਉਂਦੇ ਹਨ। ਪ੍ਰਭ ਤੁਝ ਬਿਨਾ ਨਹੀਂ ਹੋਰ, ਇਹ ਪ੍ਰਮਾਤਮਾ ਤੈਥੋਂ ਬਿਨਾ ਸਾਡਾ ਹੋਰ ਕੋਈ ਵੀ ਆਸਰਾ ਨਹੀਂ ਹੈ। ਕਿਸੇ ਹੀ ਕੋਈ ਕੋਏ, ਕਿਸੇ ਨੂੰ ਕਿਸੇ ਦਾ, ਕਿਸੇ ਨੂੰ ਕਿਸੇ ਦਾ ਆਸਰਾ ਹੋਏਗਾ, ਪਰ ਮੰਝ ਨਿਮਾਣੀ ਇੱਕ ਤੋਂ ਮੈਨੂੰ ਤਾਂ ਵਿਚਾਰੀ ਨੂੰ ਕਿ ਤੇਰੇ ਨਾਮ ਦਾ ਹੀ ਆਸਰਾ। ਛੋਟੀ ਬੱਚੀ ਨੂੰ ਆਪਦੇ ਪਿਓ ਦਾ ਆਸਰਾ ਹੁੰਦਾ। ਤੋ ਇੰਜ ਅਸੀਂ ਤੇਰੇ ਬੱਚੇ ਆ ਮਹਾਰਾਜ, ਤੈਥੋਂ ਬਿਨਾ ਸਾਡਾ ਕੋਈ ਵੀ ਨਹੀਂ ਹੈ। ਮਨ ਪ੍ਰੀਤ ਚੰਦ ਚਕੋਰ, ਸਾਡੇ ਮਨ ਸਾਡੇ ਹਿਰਦੇ 'ਚ ਤੇਰੀ ਐਸੀ ਪ੍ਰੀਤੀ ਹੈ ਜਿਵੇਂ ਚਕੋਰ ਦੀ ਚੰਦਰਮਾ ਦੇ ਨਾਲ ਹੁੰਦੀ ਹੈ ਜੀ। ਜਿਉ ਮੀਨ ਜਲ ਸਿਉ ਹੇਤ, ਜਿਵੇਂ ਮੱਛੀ ਦਾ ਪਾਣੀ ਨਾਲ ਪ੍ਰੇਮ ਹੈ। ਅਲ ਕਮਲ ਭਿੰਨ ਨਾ ਭੇਤ, ਜਿਵੇਂ ਭੌਰੇ ਦਾ ਕਮਲ ਦੇ ਫੁੱਲ ਨਾਲੋਂ ਕੋਈ ਫਰਕ ਨਹੀਂ ਹੁੰਦਾ, ਜਾਂ ਜਿਵੇਂ ਭੌਰਾ ਕਮਲ ਨਾਲੋਂ ਵੱਖ ਨਹੀਂ ਹੋਣਾ ਚਾਹੁੰਦਾ, ਇਸ ਭੇਤ ਨੂੰ ਸਭ ਕੋਈ ਹੀ ਜਾਣਦਾ ਹੈ। ਜਿਉ ਚਕਵੀ ਸੂਰਜ ਆਸ, ਜਿਵੇਂ ਚਕਵੀ ਨੂੰ ਸੂਰਜ ਦੇ ਦਰਸ਼ਨਾਂ ਦੀ ਆਸ ਉਮੀਦ ਲੱਗੀ ਰਹਿੰਦੀ ਹੈ। ਨਾਨਕ ਚਰਨ ਪਿਆਸ, ਸਤਿਗੁਰੂ ਮਹਾਰਾਜ ਕਥਨ ਕਰਦੇ, ਹੇ ਪ੍ਰਮਾਤਮਾ ਤਿਵੇਂ ਸਾਡੇ ਅੰਦਰ ਤੇਰੇ ਚਰਨਾਂ ਦੀ ਪਿਆਸ ਤ੍ਰੇ ਲੱਗੀ ਹੋਈ ਹੈ। ਅਮਲੀ ਜੀਵੈ ਅਮਲ ਖਾਏ, ਕਿਉਂ ਹਰ ਜਨ ਜੀਵੈ ਹਰ ਧਿਆਏ। ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਤੇ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਇਉਂ ਮਹਾਰਾਜ ਨੇ ਆਖਿਆ, ਤਿੰਨ ਭਾਵੈ ਸਭ ਕੋਏ। ਭਾਵੇਂ ਤਿੰਨਾਂ ਨੂੰ ਸਭ ਕੁਛ ਹੀ ਪ੍ਰਾਪਤ ਹੋ ਜਾਏ, ਪਰ ਉਹ ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਰਹਿ ਸਕਦੀ, ਅਮਲੀ ਬੰਦਾ ਅਮਲ ਤੋਂ ਬਗੈਰ ਨਹੀਂ ਰਹਿ ਸਕਦਾ। ਇੰਜੋ ਮਹਾਰਾਜ ਦੇ ਦਰਸ਼ਨਾਂ ਤੋਂ, ਨਾਮ ਤੋਂ ਬਗੈਰ ਆਪਦੀ ਜ਼ਿੰਦਗੀ ਨਹੀਂ ਮੰਨਦੇ ਹਨ। ਜਿਉ ਤਰਨ ਭਰਤ ਪ੍ਰਾਨ, ਜਿਵੇਂ ਨੌਜਵਾਨ ਪਤਵਰਤਾ ਧਨ ਵਾਲੀ ਇਸਤਰੀ ਨੂੰ ਆਪ ਦਾ ਪਤੀ ਆਪਦੇ ਪ੍ਰਾਣਾ ਸਵਾਸਾਂ ਜ਼ਿੰਦਗੀ ਦੇ ਬਰਾਬਰ ਹੁੰਦਾ ਹੈ। ਜਿਉ ਲੋਭੀਐ ਧਨ ਦਾਨ, ਕਿਉਂ ਜਗਿਆਸੂ ਰੂਪ ਇਸਤਰੀ ਨੂੰ ਪਤੀ ਪ੍ਰਮਾਤਮਾ ਆਪਣੇ ਸਵਾਸਾਂ ਵਾਂਗ ਪਿਆਰਾ ਹੈ। ਜਿਵੇਂ ਲਾਲਚੀ ਬੰਦੇ ਨੂੰ ਧਨ ਦਾ ਦਾਨ ਦਿੱਤਾ ਜਾਏ, ਉਹ ਬੜਾ ਖੁਸ਼ ਹੁੰਦਾ ਹੈ, ਇਵੇਂ ਤੇਰੇ ਜਗਿਆਸੂ ਤੇਰੇ ਦਰਸ਼ਨ ਰੂਪੀ ਧਨ ਦੇ ਲਾਲਚੀ ਹਨ ਜੀ। ਜਿਉ ਦੂਧ ਜਲ ਹੈ ਸੰਜੋਗ, ਜਿਵੇਂ ਜਿਹੜਾ ਦੁੱਧ ਹੈ ਇਹ ਪਾਣੀ ਦੇ ਸੰਯੋਗ ਦੇ ਨਾਲ ਬੜਾ ਪ੍ਰਸੰਨ ਹੈ, ਅਰਥਾਤ ਜਲ ਅਤੇ ਦੁੱਧ ਦੇ ਮਿਲਾਪ ਬਾਰੇ ਇਹ ਦੋ ਅੰਗੀ ਪ੍ਰੀਤੀ ਦਾ ਕਥਨ ਕੀਤਾ ਜਾਂਦਾ ਹੈ। ਦੁੱਧ ਅਤੇ ਜਲ ਨੂੰ ਆਪਣੇ 'ਚ ਮਿਲਾ ਕੇ ਆਪਣਾ ਹੀ ਰੂਪ ਬਣਾ ਲੈਂਦਾ। ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਦੁੱਧ 'ਚ ਕਿੰਨਾ ਪਾਣੀ ਹੈ, ਤੇ ਆਪਣੀ ਕੀਮਤ ਦੇ ਭਾਅ ਹੀ ਮੁੱਲ ਪਵਾ ਦਿੰਦਾ। ਜਿਸ ਵੇਲੇ ਦੁੱਧ ਨੂੰ ਕਾੜ੍ਹਨੀ 'ਚ ਪਾ ਕੇ ਅੱਗ 'ਤੇ ਰੱਖਿਆ ਜਾਂਦਾ, ਤਦੋਂ ਦੁੱਧ ਵਿਚਲਾ ਪਾਣੀ ਉਬਾਲਿਆਂ ਨੂੰ ਸਹਾਰਦਾ ਹੈ ਤੇ ਦੁੱਧ ਨੂੰ ਸੜਨ ਨਹੀਂ ਦਿੰਦਾ, ਬਲਕਿ ਆਪ ਸੜਦਾ ਰਹਿੰਦਾ। ਜਦੋਂ ਦੁੱਧ ਵੇਖਦਾ ਕਿ ਪਾਣੀ ਮੇਰੇ ਕਰਕੇ ਕਸ਼ਟ ਸਹਿ ਰਿਹਾ, ਤਾਂ ਉਹ ਆਪਦੇ ਪਿਆਰੇ ਦੀ ਰੱਖਿਆ ਲਈ ਅੱਗ ਨੂੰ ਬੁਝਾਉਣ ਵਾਸਤੇ ਭਾਂਡੇ ਤੋਂ ਬਾਹਰ ਆ ਕੇ, ਤੇ ਜੇ ਗੈਸ ਆ ਤਾਂ ਗੈਸ ਦੀ ਛੇਕਾਂ 'ਚ ਉਹਨੇ ਵੜ ਜਾਣਾ ਕਿ ਤੂੰ ਮੇਰੇ ਪਿਆਰੇ ਨੂੰ ਕਿਉਂ ਖਤਮ ਕਰ ਰਹੀ ਹੈ। ਜੇ ਗੋਹਿਆਂ ਦੀ ਅੱਗ ਹੈ ਉਹਦੇ 'ਤੇ ਪਾ ਕੇ ਪਾਣੀ, ਤੇ ਉਹਨੇ ਸਾਰਾ ਕੁਛ ਬੁਝਾ ਸੁੱਟਣਾ। ਇਉਂ ਦੁੱਧ ਦੀ ਤਰ੍ਹਾਂ ਹੀ ਪ੍ਰਮਾਤਮਾ ਤੂੰ ਆਪ ਹੈ, ਜਲ ਦੀ ਤਰ੍ਹਾਂ ਤੇਰੇ ਪ੍ਰੇਮੀ ਨੇ। ਦੁੱਧ ਦੀ ਤਰ੍ਹਾਂ ਪ੍ਰਭੂ ਆਪਦੇ ਪ੍ਰੇਮੀ ਜਨਾਂ ਨੂੰ ਆਪਣਾ ਹੀ ਰੂਪ ਬਣਾ ਲੈਂਦਾ ਤੇ ਆਪਣੇ ਬਰਾਬਰੀ ਸਤਿਕਾਰ ਕਰਵਾ ਦਿੰਦਾ। ਜਿਵੇਂ ਜਿੰਨਾ ਚਿਰ ਪ੍ਰੇਮੀ ਜਨਾਂ ਦੇ ਸਰੀਰ 'ਚ ਪ੍ਰਾਣ ਰਹਿੰਦੇ, ਉਹਨਾਂ ਚਿਰ ਤੱਕ ਉਹ ਵਾਹਿਗੁਰੂ ਵਿੱਚ ਦੋਸ਼ ਨਹੀਂ ਲੱਗਣ ਦਿੰਦੇ, ਸਗੋਂ ਆਪਣੇ ਉੱਪਰ ਕਸ਼ਟ ਸਹਾਰ ਕੇ, ਸੀਸ ਦੇ ਕੇ ਵੀ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਰਹਿੰਦੇ। ਇਹ ਦੁਨੀਆ ਨੂੰ ਦੱਸਦੇ ਤੇ ਪ੍ਰਭੂ ਵਿੱਚ ਕੋਈ ਦੋਸ਼ ਨਹੀਂ ਹੈ, ਦੋਸ਼ ਸਾਡੇ ਵਿੱਚ ਹੀ ਹੈ। ਫਿਰ ਜਿਵੇਂ ਪਾਣੀ ਨੂੰ ਸੜਦਾ ਵੇਖ ਕੇ ਦੁੱਧ ਵਾਲਾ ਖਾ ਕੇ ਅੱਗ ਬੁਝਾਉਂਦਾ, ਤਿਵੇਂ ਆਪਣੇ ਭਗਤਾਂ ਨੂੰ ਦੁਖੀ ਹੁੰਦਾ ਵੇਖ ਕੇ ਪ੍ਰਮਾਤਮਾ ਉਹਨਾਂ ਦੀ ਰੱਖਿਆ ਲਈ ਪਾਪੀਆਂ ਦਾ ਨਾਸ਼ ਕਰਦਾ। ਜਿਵੇਂ ਭਗਤਮਾਲ ਗ੍ਰੰਥ 'ਚ ਸਦਨੇ ਕਸਾਈ ਦੀ ਸਾਖੀ ਲਿਖੀ ਹੈ
ਕਿ ਉਹਨੂੰ ਇੱਕ ਬੀਬੀ ਨੇ ਦੋਸ਼ ਲਾ ਕੇ ਫੜਾ ਦਿੱਤਾ ਸੀਗਾ। ਤੇ ਫਿਰ ਜਦ ਉਹਨੂੰ ਕੰਧ 'ਚ ਚਿਣਿਆ ਤੇ ਸਾਧ ਸੰਗਤ ਜੀਓ ਜਿਹੜੀ ਕੰਧ ਦਾੜ ਦਾੜ ਕਰਕੇ ਡਿੱਗ ਪਈ ਸੀ ਤੇ ਇੱਟ ਵੱਜਣ ਤੋਂ ਉਹ ਜਿਹੜਾ ਚਿਣਾ ਰਿਹਾ ਸੀ ਸੂਬਾ ਉਹ ਚੜਾਈ ਕਰ ਗਿਆ। ਤੇ ਵਜ਼ੀਰਾਂ ਨੇ ਬੀਬੀ ਨੂੰ ਦੋਸ਼ੀ ਜਾਣ ਕੇ ਫਾਹੀ ਲਾ ਕੇ ਤੇ ਉਹਨੂੰ ਮਾਰ ਦਿੱਤਾ ਸੀਗਾ। ਕਿਉਂ? ਮਹਾਰਾਜ ਨੇ ਸਦਨੇ ਕਸਾਈ ਦੀ ਰੱਖਿਆ ਕੀਤੀ। ਇਉਂ ਆਪਦੇ ਭਗਤਾਂ ਨੂੰ ਦੁਖੀ ਹੁੰਦਾ ਵੇਖ ਕੇ ਸਹਾਰਦਾ ਨਹੀਂ। ਜਿਵੇਂ ਪਾਣੀ ਦਾ ਛੱਟਾ ਮਾਰੇ ਦੁੱਧ ਸ਼ਾਂਤ ਹੋ ਜਾਂਦਾ, ਤਿਵੇਂ ਪ੍ਰੇਮੀਆਂ ਦੀ ਬੇਨਤੀ ਕਰਨ ਤੋਂ ਪ੍ਰਭੂ ਸ਼ਾਂਤ ਹੋ ਜਾਂਦਾ। ਜਿਵੇਂ ਪ੍ਰਹਿਲਾਦ ਦੀ ਰੱਖਿਆ ਲਈ ਨਰਸਿੰਘ ਨੇ ਭਿਆਨਕ ਰੂਪ ਧਾਰਿਆ, ਇੱਥੋਂ ਤੱਕ ਵੀ ਲక్ష్ਮੀ ਭਉ ਕਰੈ ਨਾ ਸਾਕਿਆ ਜਾਏ। ਉਹਦੀ ਸਗੀ ਘਰ ਵਾਲੀ ਜਿਹੜੀ ਲక్ష్ਮੀ ਮਾਤਾ ਉਹ ਵੀ ਡਰਦੀ ਮਾਰੀ, ਜਿਹੜੀ ਚਰਨਾਂ 'ਚ ਰਹਿੰਦੀ ਉਹ ਵੀ ਨਹੀਂ ਸੀ ਲਾਗੇ ਜਾਂਦੀ। ਸਾਰੇ ਦੇਵੀ ਦੇਵਤੇ ਕੰਬ ਰਹੇ ਸੀ ਥਰ ਥਰ। ਤੇ ਪ੍ਰਹਿਲਾਦ ਨੂੰ ਉਹਨਾਂ ਆਖਿਆ ਵੀ ਤੇਰੇ ਲਈ ਰੱਬ ਨੇ ਇਹੋ ਜਿਹਾ ਰੂਪ ਧਾਰਿਆ ਤੇ ਤੂੰ ਇਹਨਾਂ ਨੂੰ ਸ਼ਾਂਤ ਕਰ। ਤਾਂ ਪ੍ਰਹਿਲਾਦ ਜਨ ਚਰਨੀ ਲਾਗਾ ਆਏ। ਨਿਆਣੇ ਬੜੇ ਡਰਾਕਲ ਹੁੰਦੇ ਨੇ ਪਰ ਸੰਤ ਭਗਤ ਰੱਬ ਦਾ ਰੂਪ ਹੁੰਦੇ ਨੇ, ਉਹ ਕਦੀ ਡਰਦੇ ਨਹੀਂ। ਨਾ ਤਾਂ ਤੱਤੇ ਥੰਮ ਤੋਂ ਡਰਿਆ ਤੇ ਨਾ ਹੀ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਕੇ ਉਹਨੂੰ ਕੋਈ ਭੈ ਨਹੀਂ ਆਇਆ। ਛੋਟਾ ਜਿਹਾ 7 ਸਾਲ ਦਾ ਬੱਚਾ ਭੱਜ ਕੇ ਮਹਾਰਾਜ ਦੇ ਜਾ ਕੇ ਪੈਰ ਫੜ ਲਏ, ਕਹਿਣ ਲੱਗਾ ਹੇ ਪਿਤਾ ਜੀ, ਹੇ ਵਾਹਿਗੁਰੂ ਜੀ, ਆਪ ਦਾ ਸਰੂਪ ਅਸਲੀ ਬਣਾਓ। ਇਹ ਸਹਾਰਿਆ ਨਹੀਂ ਜਾਂਦਾ ਆਪ ਦਾ ਤੇਜ। ਫਿਰ ਅਸਲੀ ਸਰੂਪ 'ਚ ਦਰਸ਼ਨ ਹੋਏ। ਕਿਉਂ? ਮਹਾਰਾਜ ਸ਼ਾਂਤ ਹੋ ਜਾਂਦਾ। ਉਹਨਾਂ ਦੇ ਕਹਿਣ ਤੋਂ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ। ਫਿਰ ਜਿਵੇਂ ਖਟਿਆਈ ਪੈਣ ਨਾਲ ਦੁੱਧ ਤੇ ਪਾਣੀ ਵੱਖ ਹੋ ਜਾਂਦਾ, ਇਵੇਂ ਦੋਹਤਾ ਨਿੰਦਿਆ ਕੋ ਸੰਗਤ ਰੂਪ ਖਟਿਆਈ ਪੈਣ ਨਾਲ ਪ੍ਰਭੂ ਨਾਲੋਂ ਵਿਛੋੜਾ ਹੋ ਜਾਂਦਾ ਹੈ। ਰੇ ਮਨ ਐਸੀ ਹਰਸਿਓ ਪ੍ਰੀਤ ਕਰ। ਮਹਾਰਾਜ ਨੇ ਉਦਾਹਰਨ ਦਿੱਤੀ, ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਜਉ ਮਾਹਾ ਖੁਦਿਆਰਥ ਭੋਗ। ਜਿਵੇਂ ਬਹੁਤਾ ਹੀ ਭੁੱਖਾ ਬੰਦਾ, ਦੁਖੀ ਮਨੁੱਖ ਭੁੱਖ ਦੇ ਨਾਲ ਉਹ ਭੋਜਨ ਨਾਲ ਪ੍ਰੀਤੀ ਉਹਦੀ ਹੁੰਦੀ ਹੈ, ਇਵੇਂ ਜਗਿਆਸੂ ਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ। ਜਉ ਮਾਤ ਪੂਤਹਿ ਹੇਤ। ਜਿਵੇਂ ਮਾਂ ਦਾ ਆਪਦੇ ਪੁੱਤ ਨਾਲ ਪ੍ਰੇਮ ਹੁੰਦਾ ਹੈ। ਵੇਖੋ ਮਾਤਾ ਗੁਜਰੀ ਦਾ ਕਿੰਨਾ ਪਿਆਰ ਸੀਗਾ। ਸਾਹਿਬਜ਼ਾਦਿਆਂ ਦੀ ਖਬਰ ਸੁਣਦਿਆਂ ਹੀ ਹੋਗਾ ਲੈ ਗਈ। ਉਹਨੇ ਨਹੀਂ ਮੁੜ ਕੇ ਸਾਹ ਲਿਆ। ਆਖਿਆ ਧੰਨਵਾਦ ਵੀਰ ਤੇਰਾ, ਮੋਤੀ ਮਹਿਰੇ ਨੇ ਖਬਰ ਦਿੱਤੀ, ਤੈਨੂੰ ਰੱਬ ਭਾਗ ਲਾਏ, ਬੜੀਆਂ ਸੀਸਾਂ ਦਿੱਤੀਆਂ ਤੈਨੂੰ ਮਹਾਰਾਜ ਆਪਦੇ ਚਰਨਾਂ 'ਚ ਹਮੇਸ਼ਾ ਰੱਖੇ, ਭਾਵੇਂ ਕਿ ਬਾਅਦ ਵਿੱਚ ਉਹਦੀ ਵੀ ਕੁਰਬਾਨੀ ਹੋਈ। ਕਿ ਉਹ ਮਾਤਾ ਜੀ ਨੇ 10ਵੇਂ ਦਵਾਰ ਥਾਨੀ ਸਵਾਸ ਕੱਢ ਕੇ ਸਾਹਿਬਜ਼ਾਦਿਆਂ ਨਾਲ ਹੀ ਆਖਿਆ ਬੱਚਿਓ, ਉਹ ਅੱਗੇ ਹਾਜ਼ਰ ਹੋਏ ਆ ਕੇ। ਆਖਿਆ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਸਾਹਿਬਜ਼ਾਦਿਓ ਦਰਸ਼ਨ ਨਹੀਂ ਹੋ ਰਹੇ, ਆਵਾਜ਼ ਕਿੱਥੋਂ ਆ ਰਹੀ ਆ? ਕਹਿੰਦੇ ਆਪਾਂ ਨੇ ਅਗੰਮੀ ਚੋਲਾ ਪਹਿਨ ਲਿਆ, ਆਪਾਂ ਚੱਲੇ ਆ। ਇਹ ਤਾਂ ਦੁਨਿਆਵੀ ਕਥਾ ਨੇ ਵੀ ਮੋਤੀ ਮਹਿਰੇ ਨੇ ਖਬਰ ਦਿੱਤੀ ਜਾਂ ਜੋ ਹੋਇਆ ਜੋ ਨਹੀਂ। ਮਾਤਾ ਜੀ ਨੂੰ ਸਭ ਕੁਝ ਪਤਾ ਸੀਗਾ ਆਪਣੇ ਆਪ। ਸਾਹਿਬਜ਼ਾਦਿਆਂ ਦੀਆਂ ਰੂਹਾਂ ਆ ਕੇ ਫਤਿਹ ਬੁਲਾ ਰਹੀਆਂ ਸਨ। ਤੇ ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਾਦੇ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਚੱਲੇ ਆ। ਕਹਿੰਦੇ ਬੱਚਿਓ ਮੈਂ ਇਕੱਲੀ ਕੀ ਕਰੂੰਗੀ, ਆਪਾਂ ਤਿੰਨੇ ਚੱਲਦੇ ਹਾਂ। ਉਸੇ ਵਕਤ ਹੀ ਹੌਕਾ ਲਿਆ ਤੇ ਚੜ੍ਹਦੀ ਕਲਾ ਹੋ ਗਏ ਤੇ ਹੋ ਗਏ। ਫਿਰ ਤਿੰਨੇ ਰੂਹਾਂ ਕਲਗੀਧਰ ਦੇ ਚਰਨਾਂ 'ਚ ਪਹੁੰਚੀਆਂ। ਫਿਰ ਮਹਾਰਾਜ ਨੇ ਮਿੱਤਰ ਪਿਆਰੇ ਨੂੰ ਸ਼ਬਦ ਰਾਹੀਂ ਵਾਹਿਗੁਰੂ ਨੂੰ ਮੈਸੇਜ ਦਿੱਤਾ। ਤੋ ਇਉਂ ਮਾਂ ਦੇ ਪੁੱਤ ਦਾ ਬੜਾ ਪ੍ਰੇਮ ਹੈ। ਹਰ ਹਰ ਸਿਮਰ ਨਾਨਕ ਨੇਤ। ਮਾਤਾ ਅਜੀਤ ਕੌਰ ਨੂੰ ਗੁਰੂ ਸਾਹਿਬਾਨ ਨੇ ਸਿਰ ਤੇ ਹੱਥ ਰੱਖ ਕੇ ਜਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੀਨ ਦਿਖਾਇਆ ਸਮੇਂ ਤੋਂ ਪਹਿਲਾਂ ਹੀ, ਉਹ ਵੀ ਹੌਕਾ ਲੈਂਦੀਆਂ ਸਾਰੀ ਉੱਥੇ ਹੀ ਚੜਾਈ ਕਰਕੇ ਕਹਿੰਦੀ ਮਹਾਰਾਜ ਅੱਖਾਂ ਨਾਲ ਨਹੀਂ ਮੈਂ ਵੇਖ ਸਕਦੀ। ਮਹਾਰਾਜ ਕਹਿੰਦੇ ਹੋਊਗਾ ਤਾਂ ਇਸੇ ਤਰ੍ਹਾਂ ਹੀ, ਨਹੀਂ ਤੂੰ ਵੇਖ ਸਕਦੀ ਤੇ ਫਤਿਹ ਬੁਲਾ। ਕਹਿੰਦੀ ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਅਜੀਤ ਕੌਰ ਜੀ ਪੁੱਤਾਂ ਦਾ ਦੁੱਖ ਨਾ ਸਹਾਰਨ ਕਰਕੇ ਹੀ ਪਹਿਲਾਂ ਚੜਾਈ ਕਰ ਗਏ ਸਨ। ਇਉਂ ਇਹ ਹਰੀ ਤਿਵੇਂ ਅਸੀਂ ਨਿਤਾ ਪ੍ਰਤੀ ਤੇਰੇ ਨਾਲ ਪ੍ਰੇਮ ਕਰਦੇ ਹਾਂ। ਜੋ ਦੀਪ ਪਤਨ ਪਤੰਗ। ਜਿਵੇਂ ਦੀਵੇ ਤੇ ਪਤੰਗਾ ਡਿੱਗ ਕੇ ਨਾਸ਼ ਹੋ ਜਾਂਦਾ, ਤਿਵੇਂ ਗੁਰਮੁਖ ਜਨ ਪ੍ਰਭੂ ਦੀ ਜੋਤ 'ਚ ਆਪਣੇ ਵਿਧਨ ਖੇਦ ਰੂਪੀ ਕਰਮਾਂ ਨੂੰ ਸਾੜ ਲੈਂਦੇ ਨੇ। ਜੋ ਚੋਰ ਹਿਰਤ ਨਿਸੰਗ। ਜਿਵੇਂ ਚੋਰੀ ਕਰਨ ਵਾਲਾ ਜਿਹੜਾ ਚੋਰ ਹੈ ਇਹ ਨਿਸ਼ੰਗ ਹੋ ਕੇ ਚੋਰੀ ਕਰਦਾ ਹੈ, ਤਿਵੇਂ ਸਾਡਾ ਚਿੱਤ ਰੂਪੀ ਚੋਰ
ਤੇਰੇ ਨਾਮ ਰੂਪੀ ਧਨ ਨਿਸ਼ੰਗ ਹੋ ਕੇ ਚੁਰਾਈ ਜਾ ਰਿਹਾ ਹੈ। ਮੈਗ ਲਹਿ ਕਾਮੈ ਬੰਦ, ਜਿਵੇਂ ਹਾਥੀ ਕਾਮ ਆਸ਼ਨਾ ਕਰਕੇ ਬੰਨਿਆ ਜਾਂਦਾ ਹੈ, ਜਿਉ ਗ੍ਰਸਤ ਬਿਖਈ ਧੰਦ, ਤਿਵੇਂ ਸਾਡਾ ਮਨ ਰੂਪ ਹਾਥੀ ਪ੍ਰੇਮ ਦੇ ਟੋਏ ਤੇ ਮੁਕਤੀ ਰੂਪ ਹਾਥਨੀ ਨੂੰ ਦੇਖ ਕੇ ਤੇਰੇ ਦਰਸ਼ਨਾਂ ਦੀ ਕਾਮਨਾ 'ਚ ਵੱਜ ਗਿਆ ਹੈ। ਜਿਵੇਂ ਮਸ਼ਈ ਪੁਰਸ਼ ਧੰਦਿਆਂ 'ਚ ਗਰਸਿਆ ਰਹਿੰਦਾ, ਤਿਵੇਂ ਸਾਡਾ ਚਿੱਤ ਤੇਰੇ ਪ੍ਰੇਮ ਰੂਪ ਧੰਦੇ 'ਚ ਗਰਸਿਆ ਹੋਇਆ ਹੈ। ਜਿਉ ਜੁਆਰ ਬਿਸਨ ਨਾ ਜਾਏ, ਜਿਵੇਂ ਜੂਏ ਬਾਜ ਦਾ ਜੂਆ ਖੇਡਣ ਵਾਲੀ ਆਦਤ ਨਹੀਂ ਜਾਂਦੀ, ਹਰ ਨਾਨਕ ਇਹੋ ਮਨ ਲਾਏ। ਤਿਵੇਂ ਸਾਡੇ ਚਿੱਤ ਦੀ ਭਜਨ ਸਿਮਰਨ ਵਾਲੀ ਆਦਤ ਨਹੀਂ ਜਾਂਦੀ। ਮਹਾਰਾਜ ਕਥਨ ਕਰਦੇ ਹੀ ਪ੍ਰਮਾਤਮਾ, ਤਿਵੇਂ ਅਸੀਂ ਆਪਣਾ ਇਹ ਮਨ ਤੇਰੇ ਚਰਨਾਂ ਦੀ ਪ੍ਰੀਤੀ ਦੇ ਵਿੱਚ ਲਾਉਣਾ ਕੀਤਾ ਹੈ। ਸ਼ਬਦ ਅੱਗੇ ਦੀ ਅੱਗੇ ਚੱਲਿਆ ਜਾ ਰਿਹਾ। ਇਹਦੀਆਂ 10 ਪੌੜੀਆਂ ਨੇ ਤੇ 8 ਹੋ ਗਈਆਂ ਹਨ। ਸਮਾਂ ਕਾਫੀ ਉੱਪਰ ਚਲਾ ਗਿਆ, ਇਸ ਲਈ ਬਾਕੀ ਕਥਾ ਕੱਲ੍ਹ ਨੂੰ ਸੁਣਾਵਾਂਗੇ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਦੋ ਸਮਤ ਬਖਸ਼ਿਓ। ਮੈਗ ਲਹਿ ਕਾਮੈ ਬੰਦ, ਜਿਉ ਗ੍ਰਸਤ ਬਿਖਈ ਧੰਦ, ਜਿਉ ਜੁਆਰ ਬਿਸਨ ਨਾ ਜਾਏ, ਹਰ ਨਾਨਕ ਇਹੋ ਮਨ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।